ਅੱਜ जैसे हर हफ्ते आप पहला शुरू करते हैं कोविड नाल कि कोविड दे अपने पंजाब दे विच की हालात बने हुए हैं और ये समझण दी गल है ज़रूरी क्योंकि हालात पूरे दुनिया च साडे देश च सुधर नहीं रहे, बिगड़ता जा रहा काम। पंजाब विच भी हालात जिहड़े से नहीं रहे और इस करके ये जरूरी है कि तुसी कली कली गल नूं चंगी तरह सुनो और इहदे ते अमल करो। ये मेरा काम नहीं है जिहड़ा मैं अपने दिलों कोई गल कह रहे हैं, दिलों भी कह रहे हैं, लेकिन ये डॉक्टरां दा काम है। डॉक्टर जो दसते ने, जो साइंटिस्ट सानू दसते ने कि की होना चाहिए है, वो मैं अपने दिलों थोनू सुना रहा ताकि तुसी भी इस गल नूं अपने मन च बसा लो और उस तरीके नाल करो क्योंकि असीं नहीं चाहुंदे कि पंजाब च हालात होर बिगड़न। पहला तो समझण वाली गल की है, दुनिया दे विच 1.5 करोड़ दे करीब साडे मरीज़ हो गए ने करोना दे दुनिया दे विच, ਉਹਦੇ ਵਿੱਚ 13 ਲੱਖ ਸਾਡੇ ਦੇਸ਼ 'ਚ ਹੋ ਗਏ ਨੇ ਔਰ ਪੰਜਾਬ ਦੇ ਵਿੱਚ ਅਸੀਂ 12,216 ਕੇਸ ਹੋ ਸਾਡੇ ਕੋਲ ਇਸ ਵੇਲੇ ਨੇ। ਉਹ 282 ਸਾਡੀਆਂ ਮੌਤਾਂ ਹੋਈਆਂ ਨੇ ਔਰ ਜਿਹਦਾ ਤਕਰੀਬਨ 2.3% ਹੈ ਮੋਰਟੈਲਿਟੀ ਰੇਟ। ਚਾਹੇ 2% ਹੈ ਚਾਹੇ ਕੁਛ ਹੈ, ਇਹ ਮਾੜੀ ਗੱਲ ਹੈ ਔਰ ਹੋਣਾ ਨਹੀਂ ਚਾਹੀਦਾ। ਔਰ ਉਹ ਆਪਾਂ ਸਾਰੇ ਜਦ ਰਲ ਕੇ ਇਹਦਾ ਸਾਹਮਣਾ ਕਰਾਂਗੇ ਤਾਂ ਹੀ ਇਹ ਕਰੋਨਾ ਕੇਸ ਔਰ ਇਹ ਮੋਰਟੈਲਿਟੀ ਨੂੰ ਆਪਾਂ ਰੋਕ ਸਕਾਂਗੇ। ਅੱਜ ਮੇਰੇ ਕੋਲ 3,838 ਕੇਸ ਨੇ ਜੋ ਇਸ ਵੇਲੇ ਆਪਣੀ ਦਵਾਈਆਂ ਵਗੈਰਾ ਲੈ ਰਹੇ ਨੇ। 7,000 ਬਾਕੀ ਜਿਹੜੇ ਨੇ 12,000 ਦੇ ਵਿੱਚੋਂ 9,000 ਕੇਸ ਤਾਂ ਵਾਪਸ ਆਪਣੇ ਰਾਜੀ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਲੋਕ। ਸੋ ਇਹ ਅੱਛੀ ਗੱਲ ਹੈ, ਲੇਕਿਨ ਜਿਹੜੇ ਕੋਵਿਡ ਕੇਸ ਵੱਧ ਰਹੇ ਨੇ ਇਹ ਮਾੜੀ ਗੱਲ ਹੈ ਔਰ ਇਹਦੇ ਵਿੱਚ ਆਪਾਂ ਮੈਂ ਅੱਗੇ ਆਊਂਗਾ ਕਿ ਆਪਾਂ ਕਿਸ ਤਰੀਕੇ ਨਾਲ ਇਹਦਾ ਸਾਹਮਣਾ ਕਰ ਸਕਦੇ ਹਾਂ। ਆਕਸੀਜਨ ਤੇ ਮੇਰੇ 83 ਕੇਸ ਨੇ ਸਾਡੇ ਪੰਜਾਬ 'ਚ ਔਰ ਵੈਂਟੀਲੇਟਰ ਤੇ 17। ਵਾਹਿਗੁਰੂ ਕਰੇ ਇਹ ਰਾਜੀ ਹੋ ਕੇ ਇਹ ਵੀ ਜਲਦੀ ਹੋ ਜਾਣ ਠੀਕ। ਹੁਣ ਪਹਿਲੀ ਵਾਰ ਹੈ ਕਿ ਪਿਛਲੇ 2 ਦਿਨਾਂ 'ਚ ਸਾਡੇ ਡੇਲੀ ਕਰੋਨਾ 400 ਦਾ ਜਿਹੜਾ ਫਿਗਰ ਹੈ ਉਹਨੂੰ ਟੱਪ ਗਿਆ। ਅੱਜ ਸਾਡੇ 482 ਕੇਸ ਨੇ, ਜਿਹੜੀ ਅੱਛੀ ਗੱਲ ਨਹੀਂ ਹੈ, ਲੇਕਿਨ ਇਹ ਟ੍ਰੈਂਡ ਜਿਹੜਾ ਹੈ ਗਲੋਬਲ ਟ੍ਰੈਂਡ ਹੈ, ਨੈਸ਼ਨਲ ਟ੍ਰੈਂਡ ਹੈ, ਬਾਕੀ ਸੂਬਿਆਂ ਦਾ ਟ੍ਰੈਂਡ ਹੈ ਔਰ ਅਸੀਂ ਇਸ ਤੋਂ ਅੱਜ ਸਾਨੂੰ 18ਵਾਂ ਸੂਬਾ ਮੰਨਿਆ ਜਾਂਦਾ ਹੈ। ਅਸੀਂ ਕੇਰਲਾ ਤੋਂ, ਹਰਿਆਣੇ ਤੋਂ, ਜੰਮੂ ਕਸ਼ਮੀਰ ਤੋਂ ਘੱਟ ਹੈ ਸਾਡੇ ਮਰੀਜ਼, ਲੇਕਿਨ ਮੈਂ ਕਹਿੰਦਾ ਕਿ ਇੱਕ ਮਰੀਜ਼ ਵੀ ਹੋਵੇ ਉਹ ਵੀ ਮਾੜਾ ਹੈ ਔਰ ਆਪਾਂ ਨੇ ਸਾਰੀਆਂ ਜਿਹੜੇ ਕਦਮ ਚੱਕਾਂਗੇ ਉਹਨਾਂ ਨੂੰ ਆਪਾਂ ਨੂੰ ਸਖਤੀ ਨਾਲ ਉਹਦਾ ਸਾਹਮਣਾ ਕਰਨਾ ਪਊ ਤਾਂ ਕਿ ਆਪਾਂ ਜਿੰਨਾ ਕੰਟਰੋਲ ਕਰ ਸਕਦੇ ਹਾਂ ਆਪਾਂ ਕਰੀਏ। ਅੱਜ ਪਿਛਲੇ ਹਫਤੇ ਸਭ ਤੋਂ ਜ਼ਿਆਦਾ ਸਾਡੇ ਕੇਸ ਹੋਏ ਨੇ ਲੁਧਿਆਣੇ, ਪਟਿਆਲਾ, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਸੰਗਰੂਰ ਵਿੱਚ ਔਰ ਸਭ ਤੋਂ ਘੱਟ ਕੇਸ ਹੋਏ ਨੇ ਆਪਣੇ ਬਰਨਾਲੇ ਅਤੇ ਮਾਨਸਾ 'ਚ। ਤੋ ਜੋ ਬਰਨਾਲਾ ਮਾਨਸਾ ਦੇ ਵਿੱਚ ਲੋਕ ਕੰਟਰੋਲ ਕਰ ਰਹੇ ਨੇ, ਮੈਂ ਚਾਹੁੰਦਾ ਸਾਰੇ ਪੰਜਾਬ ਦੇ ਵਿੱਚ ਹੀ ਆਪਾਂ ਇਹੋ ਜਿਹੇ ਤਰੀਕੇ ਨਾਲ ਕਰੀਏ ਤਾਂ ਕਿ ਬਹੁਤ ਕੰਟਰੋਲ ਸਾਡਾ ਰਹਿ ਸਕੇ ਔਰ ਇਹ ਬਿਮਾਰੀ ਦਬ ਸਕੇ। ਖੁਸ਼ੀ ਮੈਨੂੰ ਇਹ ਹੈ ਕਿ 9,000 ਤਾਂ ਸਾਡੇ ਮਰੀਜ਼ ਜਿਹੜੇ ਨੇ ਉਹ ਵਾਪਸ ਠੀਕ ਹੋ ਕੇ ਚਲੇ ਗਏ। ਸਾਡੇ ਸਾਰੇ ਅਫਸਰ ਜਿਹੜੇ ਇਹਦੇ ਵਿੱਚ ਬਿਮਾਰੀ ਦੇ ਇਹਨੂੰ ਕਰੋਨਾ ਨੂੰ 21 ਤਾਂ ਸਾਡੇ PCS ਦੇ ਅਫਸਰ ਸੇ ਉਹ ਸਾਰੇ ਠੀਕ ਹੋ ਕੇ ਚਲੇ ਗਏ। ਹਾਲੇ ਸਾਡੇ ਫਰੰਟ ਲਾਈਨ ਵਰਕਰਸ ਨੇ, ਡਾਕਟਰਸ ਨੇ, ਪੈਰਾਮੈਡਿਕਸ ਨੇ, ਨਰਸਾਂ ਨੇ, ਲੈਬ ਅਸਿਸਟੈਂਟ ਨੇ, ਇਹ ਸਾਰਿਆਂ ਨੂੰ ਅਸੀਂ ਆਸ ਕਰਦੇ ਹਾਂ ਕਿ ਉਹ ਆਪਣੀ ਕੰਟਰੋਲ ਪੂਰਾ ਰੱਖਣ ਔਰ ਉਹ ਠੀਕ ਰਹਿਣ। ਮੇਰੇ ਕੋਲ ਇਸ ਵੇਲੇ 250 ਦੇ ਕਰੀਬ ਤਾਂ ਪੁਲਿਸਮੈਨ ਨੇ ਜਿਨ੍ਹਾਂ ਨੂੰ ਇਹ ਕਰੋਨਾ ਦਾ ਹੋਇਆ, ਲੇਕਿਨ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੋ ਰਹੇ ਨੇ। ਕਿਸੇ ਦਾ ਕੋਈ ਇੱਕੋ ਹੀ ਸਾਡਾ ਸੀਰੀਅਸ ਕੇਸ ਹੈ, ਬਾਕੀ ਸਾਰੇ ਤਕਰੀਬਨ ਅੰਡਰ ਕੰਟਰੋਲ ਹੈ ਅਤੇ ਉਹ ਆਪਣੇ ਕੰਮ ਕਰਨਗੇ। ਲੇਕਿਨ ਟੈਸਟਿੰਗ ਜ਼ਰੂਰੀ ਹੈ। ਜਿਹੜੇ ਇਹ ਫਰੰਟ ਲਾਈਨ ਵਰਕਰ ਨੇ, ਚਾਹੇ ਤੁਸੀਂ ਡਾਇਰੈਕਟ ਹੋ, ਡਾਕਟਰਸ ਹੋ, ਨਰਸਿਸ ਹੋ, ਤੁਹਾਡੇ ਪੈਰਾਮੈਡਿਕਸ ਹੋ ਜਾਂ ਲੈਬ ਟੈਕਨੀਸ਼ੀਅਨ ਹੋ, ਤੁਹਾਡਾ ਦਾ ਟੈਸਟਿੰਗ ਜ਼ਰੂਰੀ ਹੈ ਔਰ ਨਾਲ ਹੀ ਜਿਹੜੇ ਲੋਕ ਹੈਲਪ ਕਰਦੇ ਨੇ ਤੁਹਾਨੂੰ, ਪੁਲਿਸ ਵਾਲੇ ਨੇ, ਸਾਡੇ ਪੁਲਿਸ ਫੋਰਸ ਜਾਂ ਸਾਡੇ ਰੈਵਨਿਊ ਡਿਪਾਰਟਮੈਂਟ ਹੈ ਜਾਂ ਕੋਈ ਹੋਰ ਸਾਡੇ ਐਡਮਿਨਿਸਟ੍ਰੇਟਿਵ ਡਿਪਾਰਟਮੈਂਟਸ ਦੇ ਵਿੱਚੋਂ ਲੋਕ ਤੁਹਾਡੀ ਮਦਦ ਕਰ ਰਹੇ ਨੇ, ਉਹਨਾਂ ਦੀ ਵੀ ਟੈਸਟਿੰਗ ਰੈਗੂਲਰ ਹੋਣੀ ਚਾਹੀਦੀ ਹੈ ਤਾਂ ਕਿ ਉਹ ਦੇਖ ਲੈਣ ਕਿ ਕੋਈ ਇਹ ਬਿਮਾਰੀ ਲੱਗ ਨਾ ਜਾਵੇ। ਕਦੇ ਕਦੇ ਇਹ ਸਿੰਪਟੋਮੈਟਿਕ ਹੋ ਜਾਂਦੀ ਹੈ, ਕਿਸੇ ਨੂੰ ਪਤਾ ਵੀ ਨਹੀਂ ਕਿ ਮੈਨੂੰ ਬਿਮਾਰੀ ਹੈ, ਲੇਕਿਨ ਉਹਨੂੰ ਬਿਮਾਰੀ ਲੱਗੀ ਹੁੰਦੀ ਹੈ ਔਰ ਉਹ ਅੱਗੇ ਆਪਣੀ ਬਿਮਾਰੀ ਕਿਸੇ ਨੂੰ ਦੇ ਸਕਦਾ ਹੈ। ਉਸ ਕਰਕੇ ਇਹ ਜ਼ਰੂਰੀ ਹੈ
कि ये सिम्पटोमैटिक केसेस वास्ते चैकिंग बहुत जरूरी है सानू कि अगर कि कोई कन्वे कर सकता है होरां नूं ये पहला ही पता लग जाता सानू कि इस तो पहला कि किसी नूं ये कन्वे कर देवे। तो ये गल्लां ने जिहड़ियां मैं तुहानूं दसना चाहुंदा सी। मैं एक बेनती जरूर करांगा, बार बार मैं कहना मास्क पाओ, हथ धो, जो डॉक्टर कहते हैं सोशल डिस्टेंसिंग रखो, ये बहुत ज़रूरी काम है। और मैं ये खास करके कहना जिथे जिथे वड्डे वड्डे इकट्ठ होंदे ने, हुण केसगढ़ साहब या दरबार साहब अमृतसर या दमदमा साहब होए या किसी मस्जिद दे विच होए या किसी मंदिर दे विच होए या किसी गिरजे दे विच होए, इकट्ठ हो जाता है। और मैं चाहुंदा कि इकट्ठ ना होण, तां ही असीं वो रखे है 20% ते। हुण मैं उन्हां जिहड़े साडे उत्थे जथेदार साहिबान ने या कोई साडे फादर ने क्रिश्चियन दे या कोई मौलवी साहब ने, वो देखण कि तुसीं 20 तो ज़्यादा एक जगह च बंदियां नूं ना इकट्ठे होण दिओ, नंबर 1। दूजा कि जिहड़े गिरजे दे विच या मंदिर दे विच या गुरुद्वारे साहब दे विच आउंदे ने, मास्क पा के जाण। मास्क दुनिया दे अज जिहड़े माहर ने वो दसदे ने कि अगर मास्क तुसीं पा लो तो 75% तुहाडा कंट्रोल हो जाता है इस काम नूं। तो मास्क बहुत जरूरी है। अगर तुसीं देखते हो कि थोड़े अपने धार्मिक स्थान दे विच कोई बंदा आया है मास्क उत्ते बगैर, उन्होंने भेज दो बाहर के जाके पा के आ मास्क, लैके आ मास्क। और ये ज़रूरी है क्योंकि यही एक चीज़ है जिहदे नाल आपां कंट्रोल काफ़ी कुछ कर सकते हैं। और मैं जिहड़े बहुत गरीब ने, जिहड़े नहीं अपना मास्क लै सकते, उन्होंने वास्ते असीं डिप्टी कमिश्नर्स नूं कहा है और असीं मास्क भेजे ने सारिਆਂ कोल। तुसीं प्लीज़ उत्थों जाके लै लो, तुहानूं मुफ्त ते मास्क देवांगे। और यह जे मास्क जिहड़े तुसीं रोज़ शाम नूं धो के अगले दिन तुसीं फिर पा सकते हो। तो ये जरूर करो, ये नाल अपने पंजाब दे विच बहुत बचत हो सकती है इस बीमारी की। हुण तुसीं ये सुनिया होएगा कल परसों कि असीं जिहड़े कोई फाइन ने वो असीं वधा दित्ते ने। क्यों वधाए? इसलिए वधाए कि जब डेली पुलिस चलान करती है तकरीबन 4 और 5 हज़ार बंदियां दे दरम्यान, तकरीबन इन्हां दे दरम्यान ही मास्क ना पाउण ते, और फिर भी लोग परवाह नहीं करते। किते 4 होंदा, किते 4.5, किते 5, किते 5.5 हज़ार हो जाता। ऐसे थोड़े मास्क डेली बगैर मास्क जाते हैं। तां ही असीं सोचा कि 500 रुपए दे के कोई परवाह नहीं करता, दे देंगे ने 500 रुपये अपनी मास्क जी चलान होंदा है। यही तरीका है सोशल गैदरिंग का। यही होर तरीके जिहड़े जिहड़े असीं दसे हुए ने कि तुहानूं कदम चकने चाहिए ने, कोई परवाह नहीं करता। तो असीं सोचा यदी फाइन होर कर दिओ ताकि चुभे। अगर चुभूगी तो ही लोग अपने आप का कहेंगे कि नहीं सानूं देना पऊगा 5,000 या 10,000, पहला ही आपां मास्क पा के जाइए। ये शादियां दा ब्याह वास्ते भी, होर जिथे जिथे इकट्ठ होंदे ने उन्हां वास्ते भी असीं ये कदम रखे ने। हुण अगर कोई किसी का ब्याह हो रहा, असीं पहला ही कहा 30 तो बंदे ना तुसीं जाणदे हो, पर फिर भी जा रहे ने लोग 200 100, फिर मास्क, फिर ये फाइन तो लगनी हो है। और अगर फाइन लगेगी वड्डी तो फिर अगे वास्ते लोग अपने आप ना बचा करेंगे और नहीं करेंगे, जी कानून असीं बनाया उसको तोड़ने की कोशिश नहीं करेंगे। इस यही कारण है कि आप फाइन ज़्यादा रखे ने ताकि लोगों पर कोई असर पवे और लोग समझन कि साडा नुकसान हो जूगा। असीं ये गल अज तुसीं 200 रुपए दे दो, 500 रुपए दे दो, तो कोई सब सारे देने को तैयार ने। और ये नाल साडा कंट्रोल खराब हो रहा है। कोविड बढ़ रहा। हुण मैं तुहानूं दस्से ने आंकड़े, आपां ने इसनूं रोकना है, अगे बढ़न देना है। अगर बढ़न देना है तो सारिਆਂ ਨੂੰ ਆਪਾਂ अपने कानून ਨੂੰ समझना चाहिए और समझ के ਆਪਾਂ ਨੂੰ ਮੰਨਣਾ चाहिए। दूसरी गल एक हुण जो माहर सन दसते ने कि मैं तुहानूं दस्सिया 75% का अगर मास्क तुसीं पा लो ਉਹਦੀ बचत ਹੁੰਦੀ है। पर ਇਹ ਤੋਂ ਇਲਾਵਾ कमरिਆਂ ਦੇ ਵਿੱਚ अगर तुसीं ਜਿਹਦੀ ਵੈਂਟੀਲੇਸ਼ਨ ठीक नहीं, ताकियां खुली नहीं, हवा नहीं चल रही ਵਿੱਚੋਂ, उत्थे भी ये बीमारी बच सकती है। अगर यह कोई जगह होवे जिथे तुसीं काम कर रहे हो, जिथे ताकियां बंद ने, हवा नहीं, कोई मूवमेंट हो रही, उत्थे मास्क जरूर पाओ। तुसीं ये बहुत जरूरी है क्योंकि नहीं बैठे बैठे इकट्ठे तुसीं सारे बैठे होंदे हो और उहदे विच ये बीमारी फैल के एक दूसरे नूं लग सकती है। और थोड़े जिथे तुसीं काम कर रहे हो
ਦਫ਼ਤਰ ਹੁੰਦੇ ਨੇ ਕਈ ਬੜੇ ਲਾਈਟਾਂ ਲੱਗੀਆਂ ਹੁੰਦੀਆਂ ਨੇ, ਪਟਾਕੀਆਂ ਬੰਦ ਹੁੰਦੀਆਂ ਨੇ, ਉੱਥੇ ਵੀ ਤੁਸੀਂ ਇਸ ਨੂੰ ਆਪਣੇ ਵਰਕ ਪਲੇਸ ਦੇ ਵਿੱਚ ਵੀ ਮਾਸਕ ਜ਼ਰੂਰ ਪਾਉਣਾ ਅਗਰ ਕੋਈ ਥੋੜੀ ਵੈਂਟੀਲੇਸ਼ਨ ਦਾ ਨਹੀਂ ਹੈ। ਇਹ ਨਾ ਸਮਝੋ ਕਿ 에ਅਰ ਕੰਡੀਸ਼ਨਰ ਚੱਲ ਰਿਹਾ ਹੈ ਔਰ ਉਹਦੇ ਨਾਲ ਸਭ ਠੀਕ ਹੋਗਾ, ਇਹਦੇ ਨਾਲ ਕੰਟਰੋਲ ਨਹੀਂ, ਉਹ ਤਾਂ ਸਿਰਫ ਹਵਾ ਫੈਲ ਰਹੀ ਹੈ। ਔਰ ਅਗਰ ਤਾਕੀਆਂ ਨਾ ਖੁੱਲੀਆਂ ਹੋਣ ਉਹਦਾ ਮਤਲਬ ਕੋਈ ਵੈਂਟੀਲੇਸ਼ਨ ਨਹੀਂ, ਔਰ ਕੋਈ ਵੈਂਟੀਲੇਸ਼ਨ ਨਹੀਂ ਹੈ, ਮਾਸਕ ਪਾਓ, ਇਹ ਜ਼ਰੂਰੀ ਹੈ ਤੁਹਾਡੇ ਆਪਣੇ ਬਚਾਓ ਵਾਸਤੇ। ਇਹ ਅੰਦਰੂਨੀ ਗੱਲਾਂ ਦੀ ਮੈਂ ਕਰ ਰਿਹਾ। ਇੱਕ ਖੁਸ਼ੀ ਦੀ ਗੱਲ ਹੈ ਕਿ ਪਲਾਜ਼ਮਾ ਬੈਂਕ ਸ਼ੁਰੂ ਹੋ ਗਏ ਨੇ ਰਜਿੰਦਰ ਸਾਡੇ ਮੈਡੀਕਲ ਹਸਪੀਟਲ ਪਟਿਆਲਾ ਦੇ ਵਿੱਚ, ਰਜਿੰਦਰ ਹਸਪੀਟਲ ਦੇ ਵਿੱਚ ਸ਼ੁਰੂ ਹੋ ਗਿਆ ਪਹਿਲਾ ਪਲਾਜ਼ਮਾ। ਦੂਸਰਾ ਅਸੀਂ ਹੁਣ ਤੁਸੀਂ ਇੱਕ ਸਵਾਲ ਵੀ ਕੀਤਾ ਅੱਗੇ, ਔਰ ਉਹਦੇ ਵਿੱਚ ਮੈਂ ਕਿ ਹੋਰ ਪਲਾਜ਼ਮਾ ਹੋਣੀ ਚਾਹੀਦੀ ਹੈ। ਅਸੀਂ ਤਿੰਨੋਂ ਮੈਡੀਕਲ ਕਾਲਜ ਅੰਮ੍ਰਿਤਸਰ, ਫਰੀਦਕੋਟ ਔਰ ਪਟਿਆਲਾ ਕਰਵਾ ਰਹੇ ਸ਼ੁਰੂ 'ਚ, ਔਰ ਉੱਥੇ ਵੀ ਅਸੀਂ ਅਪਰੂਵਲ ਦੇ ਦਿੱਤੀ ਹੈ ਕਿ ਉੱਥੇ ਪਲਾਜ਼ਮਾ ਬੈਂਕ ਲੱਗਣ। ਹੁਣ ਜਦ ਸਵਾਲ ਆਊਗਾ ਇਹਦਾ ਮੈਂ ਫਿਰ ਉਹਨੂੰ ਤੁਹਾਨੂੰ ਦੱਸੂਗਾ। ਇਸ ਤਰ੍ਹਾਂ ਜਿਹੜੇ ਵੀ ਤੁਹਾਡੇ ਕੋਈ ਜੈਸੇ ਮੈਂ ਤੁਹਾਨੂੰ ਦੱਸਿਆ 9000 ਬੰਦੇ ਸਾਡੇ ਮਰੀਜ਼ ਇਸ ਬਿਮਾਰੀ ਤੋਂ ਨਿਕਲ ਕੇ ਹੁਣ ਆਪਣੇ ਘਰਾਂ ਜਾ ਸਕਦੇ ਹੋ। ਤੁਸੀਂ ਦੇ ਸਕਦੇ ਹੋ ਪਲਾਜ਼ਮਾ। ਹੁਣ ਤੁਸੀਂ ਜਾ ਕੇ ਜਿਹੜਾ ਪਲਾਜ਼ਮਾ ਬੈਂਕ ਜਿੱਥੇ ਲੈ ਰਹੇ ਨੇ ਉੱਥੇ ਜਾ ਕੇ ਕੋਸ਼ਿਸ਼ ਕਰੋ ਆਪਣੇ ਪਲਾਜ਼ਮਾ ਦੇਣ ਦਾ। ਇਹ ਨਹੀਂ ਕਿ ਸਾਰੇ ਔਰ ਇੱਕ ਵਾਰ ਬਲੱਡ ਟੈਸਟ ਤੁਹਾਡਾ ਹੋਊ, ਫਿਰ ਉਹ ਦੇਖਣਗੇ ਕਿ ਤੁਹਾਡਾ ਜਿਹੜਾ ਐਂਟੀਜਨ ਟੈਸਟ ਹੈ ਉਹ ਕਰਾਉਣ ਦੇਖਣ ਨੂੰ ਕਿ ਇਹਦਾ ਅਸਰ ਉਸ ਬਿਮਾਰੀ 'ਤੇ ਪੈ ਸਕਦਾ ਜਾਂ ਨਹੀਂ। ਅਗਰ ਪੈ ਸਕਦਾ ਤੁਹਾਡਾ ਖੂਨ ਲੈਣਗੇ, ਨਹੀਂ ਲੈਣਗੇ। ਸੋ ਇਹ ਪਹਿਲਾਂ ਟੈਸਟਿੰਗ ਹੋਊ। ਤੁਸੀਂ ਪੜ੍ਹਿਆ ਹੋਣਾ ਅਖਬਾਰਾਂ 'ਚ ਕਿ ਜਿਹੜੇ ਪਟਿਆਲਾ ਗਏ ਸੀ 17 ਕੁ ਬੰਦੇ, ਉਹਦੇ 'ਚੋਂ ਸਿਰਫ 7 ਜਾਂ 8 ਬੰਦਿਆਂ ਦਾ ਖੂਨ ਦਿੱਤਾ ਗਿਆ ਸੀ ਕਿ ਬਾਕੀ ਨਹੀਂ ਲੈ ਸਕਦੇ ਸੀ ਕਿਉਂਕਿ ਉਹਨਾਂ ਦੇ ਟ੍ਰਿਪਲ ਜਿਹੜਾ ਐਂਟੀਜਨ ਹੁੰਦਾ, ਐਂਟੀਜਨ ਉਹਨਾਂ ਦਾ ਠੀਕ ਨਹੀਂ ਸੀ ਇਸ ਬਿਮਾਰੀ ਵਾਸਤੇ। ਸੋ ਇਹ ਗੱਲਾਂ ਤੁਸੀਂ ਇਹ ਮੈਨੂੰ ਪੁੱਛਣਗੇ ਵੀ, ਔਰ ਉਹ ਸਵਾਲ ਜ਼ਿਆਦਾ ਉਹ ਮੈਂ ਤੁਹਾਨੂੰ ਉਹਦਾ ਦੱਸੂਗਾ ਕਿ ਕਿੱਥੇ ਕਿੱਥੇ ਤੁਸੀਂ ਜਾ ਸਕਦੇ ਹੋ। ਇਹ ਤਾਂ ਹੋਈ ਕੋਵਿਡ ਦੀ ਗੱਲ ਜਿਹੜੀ ਮੈਂ ਦੱਸਣਾ ਚਾਹੁੰਦਾ ਸੀ। 2-4 ਕੁਝ ਗੱਲਾਂ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਸਵਾਲ ਲਵਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਹੁਣ 9ਵੇਂ ਪਾਤਸ਼ਾਹ ਦਾ ਗੁਰਪੁਰਬ ਹੈ, 400 ਸਾਲਾ। ਇਹ ਬੜਾ ਅਹਿਮ ਸਾਡੇ ਇਤਿਹਾਸ, ਧਾਰਮਿਕ ਇਤਿਹਾਸ ਦੇ ਵਿੱਚ ਇੱਕ ਦਿਨ ਹੈ। ਔਰ ਮੈਂ ਆਸ ਕਰਦਾ ਕਿ ਜੈਸੇ ਆਪਾਂ ਨੇ ਪਹਿਲੀ ਪਾਤਸ਼ਾਹੀ ਦੇ ਗੁਰਪੁਰਬ 'ਤੇ ਹਰ ਪਿੰਡ ਦੇ ਵਿੱਚ 500 ਆਪਾਂ ਨੇ ਦਰਖਤ ਲਾਏ ਸੀ। ਦੇਖੋ ਦਰਖਤਾਂ ਦੀ ਜਿੱਥੇ ਦਰਖਤ ਲੱਗਣਗੇ ਉੱਥੇ ਆਕਸੀਜਨ ਵਧੂ, ਆਕਸੀਜਨ ਵਧੂਗੀ, ਉਹ ਸਾਡੇ ਸਿਹਤ 'ਤੇ, ਸਾਡੇ ਬੱਚਿਆਂ ਦੀ ਸਿਹਤ 'ਤੇ ਅਸਰ ਹੋਊ। ਔਰ ਸਾਡੇ ਪੰਜਾਬ 'ਚ ਜੰਗਲ ਨਹੀਂ ਰਹੇ, ਸਾਰੇ ਤਾਂ ਹਲ ਦੇ ਥੱਲੇ ਆ ਗਈ ਜ਼ਮੀਨ। ਤਾਂ ਜਿੱਥੇ ਜਿੱਥੇ ਆਪਾਂ ਲਾ ਸਕਦੇ ਦਰਖਤ ਆਪਾਂ ਨੂੰ ਲਾਉਣੇ ਚਾਹੀਦੇ ਨੇ। ਤਾਂ ਹੀ ਅਸੀਂ ਪਹਿਲੇ ਪਾਤਸ਼ਾਹੀ ਦੇ ਗੁਰਪੁਰਬ 'ਤੇ ਅਸੀਂ 500 ਬੂਟੇ ਕਹੇ ਸੀ। ਹੁਣ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ 9ਵੇਂ ਪਾਤਸ਼ਾਹ ਦੇ ਇਹ ਗੁਰਪੁਰਬ 'ਤੇ ਤੁਸੀਂ 400 ਬੂਟੇ ਲਾਓ ਹਰ ਪਿੰਡ ਦੇ ਵਿੱਚ, ਔਰ ਜਿੱਥੇ ਵੀ ਜ਼ਮੀਨ ਹੋਏ ਤੁਹਾਡੀ, ਪੰਚਾਇਤੀ ਜ਼ਮੀਨ ਹੋਏ, ਜੋ ਕੁਛ ਹੋਏ ਤੁਸੀਂ ਲਾਓ, ਤਾਂ ਕਿ ਆਪਾਂ ਆਪਣੇ ਇੱਥੇ ਹਾਲਾਤ ਜਿਹੜੀ ਸਾਇੰਟਿਸਟ ਡਾਕਟਰ ਸਾਨੂੰ ਦੱਸਦੇ ਨੇ ਜ਼ਿਆਦਾ ਆਕਸੀਜਨ ਦੀ ਆਪਾਂ ਨੂੰ ਲੋੜ ਹੈ, ਔਰ ਇਹ ਬਿਮਾਰੀਆਂ ਹੁਣ ਫਿਰਦੀਆਂ ਨੇ, ਉਹਦਾ ਵੀ ਇਹਦੇ 'ਤੇ ਅਸਰ ਬੜਾ ਪਊਗਾ। ਅਤੇ ਤੁਸੀਂ ਆਪਣੇ ਜ਼ਰੂਰ ਦਰਖਤ ਉੱਥੇ ਲਗਾਓ। ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ, ਬੜੀ ਹੁਣ ਕੁਝ ਦਿਨ ਪਹਿਲਾਂ ਇਮਤਿਹਾਨ ਆਏ ਨੇ ਸਾਡੇ। ਇਹ ਵਧਾਈ ਹੋਏ ਸਾਰੇ ਪੰਜਾਬ ਨੂੰ, ਸਾਰੇ ਸਕੂਲਾਂ ਨੂੰ ਜਿਨ੍ਹਾਂ ਨੇ ਅੱਜ ਗਵਰਨਮੈਂਟ ਸਕੂਲ ਦੇ ਵਿੱਚ ਸਾਡਾ ਸਕੂਲ ਬੋਰਡ, ਜਿਹੜੀ ਪੰਜਾਬ ਸਕੂਲ ਬੋਰਡ ਦੇ ਇਤਿਹਾਸ ਦੇ ਵਿੱਚ ਇੰਨੀ ਜਿਹੜੀ ਪਰਸੈਂਟੇਜ ਸਾਡੀ 94.32% ਲੋਕ ਬੱਚੇ ਸਾਡੇ ਪਾਸ ਹੋਏ ਨੇ। ਇਹ ਬਹੁਤ ਇੱਕ ਵਧਾਈ ਪਾਤਰ ਹੋ ਸਾਰੇ ਤੁਸੀਂ ਜਿਹੜੇ ਸਟੂਡੈਂਟਸ ਜਿਨ੍ਹਾਂ ਨੇ ਲਿੱਤਾ ਹੈ, ਜਿਹੜਾ ਟੀਚਰਾਂ ਨੇ ਪੜ੍ਹਾਇਆ ਹੈ, ਜੋ ਸਕੂਲ ਦੇ ਸਾਡੇ ਅਧਿਕਾਰੀ ਨੇ ਜਿਨ੍ਹਾਂ ਨੇ ਸਭ ਕੁਛ ਇਹ, ਔਰ ਐਜੂਕੇਸ਼ਨ ਡਿਪਾਰਟਮੈਂਟ 'ਤੇ ਜਿਨ੍ਹਾਂ ਨੇ ਹਿੰਮਤ ਨਾਲ ਇਹ ਕੁਛ ਕਰਾਈ ਹੈ। ਇਹ ਐਡਮਿਸ਼ਨ ਜਿਹੜੇ ਹੁਣ ਗਵਰਨਮੈਂਟ ਸਕੂਲ 'ਚ ਹੈ, ਦੇਖੋ ਇਹ ਰਿਜ਼ਲਟਾਂ ਦਾ ਇਹਦਾ ਅਸਰ ਇਹ ਪਿਆ ਕਿ 13% ਸਾਡੀ ਜਿਹੜੀ ਐਡਮਿਸ਼ਨ ਹੈ ਇਹ ਵਧੀ ਹੈ ਸਾਡੇ ਗਵਰਨਮੈਂਟ ਸਕੂਲ ਦੇ ਵਿੱਚ। ਇਹ ਅਨਪ੍ਰੈਸੀਡੈਂਟਡ ਹੈ। ਆਮ ਤੌਰ 'ਤੇ ਕੀ ਹੁੰਦਾ ਸੀ, ਸਰਕਾਰੀ ਸਕੂਲਾਂ ਨੂੰ ਛੱਡ ਕੇ ਪ੍ਰਾਈਵੇਟ ਸਕੂਲਾਂ ਜਾਂਦੇ ਸੀ, ਹੁਣ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ 'ਚ ਆ ਰਹੇ ਨੇ। ਉਹਦਾ ਮਤਲਬ ਕਿਉਂ? ਕਿਉਂਕਿ ਰਿਜ਼ਲਟ ਅੱਛਾ ਆ ਰਿਹਾ ਹੈ, ਅੱਛੀ ਟੀਚਰਸ ਆਏ ਨੇ ਸਾਡੇ, ਅੱਛੀ ਪੜ੍ਹਾਈ ਹੋ ਰਹੀ ਹੈ। ਜਿਹੜੇ 98% ਤੋਂ ਜ਼ਿਆਦਾ ਕਲਾਸ 12 ਦੇ ਵਿੱਚ ਜਿਹੜੇ ਸਟੂਡੈਂਟਾਂ ਨੂੰ 98% ਤੋਂ ਜ਼ਿਆਦਾ ਇਹਨਾਂ ਨੂੰ ਮਾਰਕਸ ਮਿਲੇ ਨੇ, ਉਹ 335 ਇਹੋ ਜਿਹੇ ਬੱਚੇ ਨੇ ਸਾਡੇ। ਉਹਨਾਂ ਨੂੰ ਮੈਂ ਇੱਕ ਕੈਸ਼ ਪ੍ਰਾਈਜ਼ 5100 ਦਾ ਸਾਰਿਆਂ ਨੂੰ ਦੇਣਾ ਚਾਹੁੰਦਾ, ਤਾਂ ਕਿ ਇੱਕ ਇਨਸੈਂਟਿਵ ਤੌਰ 'ਤੇ, ਔਰ ਉਹਨਾਂ ਨੇ ਜਿੰਨੀ ਮਿਹਨਤ ਕੀਤੀ ਹੈ
ਜਿਹਦੇ ਕਰਕੇ ਰਿਜ਼ਲਟ ਆਇਆ ਉਹਨਾਂ ਉਸ ਕਰਕੇ ਵਧਾਈ ਹੋਏ ਤੁਹਾਨੂੰ ਸਾਰੇ ਬੱਚਿਓ ਔਰ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਹੋਏ ਔਰ ਤੁਸੀਂ ਇਸੇ ਤਰੀਕੇ ਨਾਲ ਆਪਣੇ ਅੱਗੇ ਵੀ ਪੜ੍ਹਾਈ ਅਸੀਂ ਕਰਦੇ ਰਹੋ। ਔਰ ਖਾਸ ਅਖੀਰ 'ਚ ਜਿਹੜੇ ਸਟਾਫ ਔਰ ਟੀਚਰਸ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਹੋਏ। ਤੁਸੀਂ ਉਹ ਲੋਕ ਜਿਨ੍ਹਾਂ ਨੇ ਇਹ ਹਿੰਮਤ ਕੀਤੀ ਹੈ ਔਰ ਇਹ ਬੱਚਿਆਂ ਨੂੰ ਇਹ ਰਿਜ਼ਲਟ ਪਾਏ ਨੇ ਔਰ ਸਾਡੇ ਪੰਜਾਬ ਐਜੂਕੇਸ਼ਨ ਬੋਰਡ ਦੇ ਰਿਜ਼ਲਟ ਜਿਹੜੇ ਆਏ ਨੇ ਇਹ ਤੁਹਾਡੇ ਸਿਹਰਾ ਲੱਗਦਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਹੈ ਤੁਹਾਨੂੰ ਕਿ ਤੁਸੀਂ ਇਹ ਕੁਝ ਕੀਤਾ ਹੈ। ਇੱਕ ਜਿਹੜਾ ਐਲਾਨ ਮੈਂ ਕਰਨਾ ਚਾਹੁੰਦਾ ਸੀ ਕਿ ਜਿੱਥੇ ਤੱਕ ਸਰਕਾਰੀ ਸਕੂਲਾਂ ਦਾ ਹੈ ਕਿ ਇਹਦੇ ਵਿੱਚ ਜਿਹੜੀ ਬੜੀ ਫੀਸ ਦੀ ਗੱਲ ਚੱਲ ਰਹੀ ਹੈ, ਪ੍ਰਾਈਵੇਟ ਸਕੂਲਾਂ ਨੇ ਫੀਸ ਲਗਾ ਰਹੇ ਨੇ, ਸਭ ਕੁਝ ਕਰ ਰਹੇ ਨੇ, ਜਿਹਦੇ ਵਿੱਚ ਅਸੀਂ ਕਾਨੂੰਨ ਦੇ ਸਾਹਮਣੇ ਜਾ ਰਹੇ ਹਾਂ ਇਹਦੇ ਕੋਈ ਹੱਲ ਕੱਢਣ ਲਈ। ਲੇਕਿਨ ਇਹ ਜਿਹੜੀ ਮੈਂ ਗੱਲ ਦੱਸਣਾ ਚਾਹੁੰਦਾ ਸਾਡੇ ਗਵਰਨਮੈਂਟ ਸਕੂਲ ਵਾਸਤੇ ਇਹਦੇ ਵਿੱਚ ਕੋਈ ਐਡਮਿਸ਼ਨ ਫੀ ਨਹੀਂ ਹੋਏਗੀ, ਕੋਈ ਰੀਐਡਮਿਸ਼ਨ ਫੀ ਨਹੀਂ ਹੋਏਗੀ ਔਰ ਕੋਈ ਟਿਊਸ਼ਨ ਫੀਸ ਨਹੀਂ ਹੋਣਗੀਆਂ। ਇਹ ਕਿਸੇ ਬੱਚੇ ਤੋਂ ਇਹ ਤਿੰਨੋਂ ਚੀਜ਼ਾਂ ਨਹੀਂ ਲਿੱਤੀਆਂ ਜਾਣਗੀਆਂ ਔਰ ਅਸੀਂ ਇਹਦਾ ਸਕੂਲ ਚਲਾਵਾਂਗੇ ਜੈਸੇ ਅਸੀਂ ਚਲਾਉਂਦੇ ਆਏ ਹਾਂ ਔਰ ਤੁਹਾਡੀ ਪੜ੍ਹਾਈ ਪੂਰੀ ਅਸੀਂ ਰੱਖਾਂਗੇ ਉੱਥੇ। ਓਪਨ ਸਕੂਲਸ ਦੇ ਮੇਰੇ ਵਾਸਤੇ ਬਹੁਤ ਕੁਝ ਆਉਂਦਾ ਰਹਿੰਦਾ ਹੈ ਸੋਸ਼ਲ ਮੀਡੀਆ 'ਤੇ ਕਿ ਸਾਨੂੰ ਵੀ ਪਾਸ ਕਰੋ। ਬੇਟਾ ਗੱਲ ਇਹ ਹੈ ਕਿ ਅਸੀਂ ਕੀਤੇ ਨੇ ਜਿਹੜੇ ਇੰਟਰਨਲ ਅਸੈਸਮੈਂਟ ਦੇ ਬੇਸਿਸ 'ਤੇ, ਕਿਉਂਕਿ ਇਮਤਿਹਾਨ ਤਾਂ ਹੋਏ ਨਹੀਂ, ਇੰਟਰਨਲ ਅਸੈਸਮੈਂਟ ਦੇ ਬੇਸਿਸ 'ਤੇ ਅਸੀਂ ਲੋਕਾਂ ਨੂੰ ਪ੍ਰਮੋਟ ਕੀਤਾ ਸੀ ਸਕੂਲਾਂ ਤੋਂ। ਲੇਕਿਨ ਤੁਸੀਂ ਜਿਹੜੇ ਆਪਣੇ ਘਰ 'ਚ ਪੜ੍ਹ ਕੇ ਫਿਰ ਆ ਕੇ ਸਕੂਲ ਕਲਾਸਾਂ ਦੇ ਵਿੱਚ ਜਾ ਕੇ ਆਪਣੇ ਇਮਤਿਹਾਨ ਕਰਦੇ ਹੋ, ਤੁਹਾਡੀ ਕੋਈ ਇੰਟਰਨਲ ਅਸੈਸਮੈਂਟ ਨਹੀਂ ਹੈ। ਲੇਕਿਨ ਇਸ ਦੇ ਬਾਵਜੂਦ ਮੈਂ ਕਹਿ ਰਿਹਾ ਉਹਨਾਂ ਨੂੰ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਿ ਤੁਹਾਨੂੰ ਪ੍ਰੋਵੀਜ਼ਨਲ ਐਡਮਿਸ਼ਨ ਦੇ ਦੇਣ। ਪ੍ਰੋਵੀਜ਼ਨਲ ਐਡਮਿਸ਼ਨ ਜਿਹੜੇ ਤੁਸੀਂ ਹੋ ਕਿੰਨੇ ਹੋ ਤੁਸੀਂ 31,000 ਬੱਚੇ ਹੋ ਸਾਡੇ ਸਕੂਲ ਪੰਜਾਬ ਦੇ ਵਿੱਚ, ਤੁਹਾਨੂੰ ਪ੍ਰੋਵੀਜ਼ਨਲ ਐਡਮਿਸ਼ਨ ਦੇ ਦੇਣਗੇ। ਲੇਕਿਨ ਜਦੋਂ ਇਮਤਿਹਾਨ ਹੋਣਗੇ, ਜਦੋਂ ਵੀ ਹੋਣਗੇ ਉਹਦੇ ਵਾਸਤੇ ਤੁਹਾਨੂੰ ਬੈਠਣਾ ਪਊ। ਤੁਸੀਂ ਚਲੇ ਜਾਓ ਪ੍ਰੋਵੀਜ਼ਨਲੀ 12 'ਚ, ਲੇਕਿਨ ਤੁਸੀਂ 12ਵੀਂ ਦਾ ਇਮਤਿਹਾਨ ਜਦੋਂ ਲੱਗੂਗਾ, ਗਵਰਨਮੈਂਟ ਜਦੋਂ ਹਾਲਾਤ ਸੁਧਰਨਗੇ ਉਦੋਂ ਤੁਹਾਨੂੰ ਆਪਣਾ ਇਮਤਿਹਾਨ ਦੇਣਾ ਪਊ। ਤੋ ਇਹਨਾਂ ਤੁਹਾਡੇ ਵਾਸਤੇ ਕਰ ਸਕਦੇ ਹਾਂ। ਨਹੀਂ ਤਾਂ ਅਗਰ ਤੁਹਾਡਾ ਕੋਈ ਐਡਮਿਸ਼ਨ ਦਾ ਕੋਈ ਰਿਕਾਰਡ ਹੁੰਦਾ ਪਹਿਲਾਂ ਦਾ ਪ੍ਰੋਵੀਜ਼ਨਲ ਦੂਸਰਾ ਇੰਟਰਨਲ ਅਸੈਸਮੈਂਟ ਦਾ, ਉਹ ਅਸੀਂ ਤੁਹਾਨੂੰ ਉਦੋਂ ਅਸੀਂ ਦੇ ਦੇਣਾ ਸੀ। ਲੇਕਿਨ ਤੁਹਾਡੀ ਇੰਟਰਨਲ ਅਸੈਸਮੈਂਟ ਨਹੀਂ ਹੋਈ, ਇਸ ਕਾਰਨ ਸਾਨੂੰ ਇੱਥੇ ਤਾਈਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ, ਇਸ ਤੋਂ ਜ਼ਿਆਦਾ ਨਹੀਂ ਕਰ ਸਕਾਂਗੇ। ਹੁਣ ਤੁਸੀਂ ਜਿਹੜੇ ਸਵਾਲ ਮੈਨੂੰ ਕੀਤੇ ਨੇ, ਇੱਕ ਤਾਂ ਕਿਸੇ ਨੇ ਸ਼ੰਕਰ ਜਿੰਦਲ ਜੀ ਨੇ ਸਮਾਣੇ ਤੋਂ ਪੁੱਛਿਆ ਕਿ ਛੋਟੀ ਵੀ ਸਰਜਰੀ ਹੋਏ ਡਾਕਟਰ ਸਾਡਾ ਟੈਸਟ ਕਰਾਉਂਦੇ ਨੇ ਕੋਵਿਡ ਦਾ, ਇਹਦੀ ਕੀ ਲੋੜ ਹੈ? ਜਿਹੜੇ ਬਾਹਰੋਂ ਆਉਣ ਲੋਕ ਉਹਨਾਂ ਦੀ ਅਸੀਂ ਕਰਾਵਾਂਗੇ, ਲੇਕਿਨ ਬੇਟਾ ਇਹ ਦੋਨਾਂ ਦੀ ਕਰਾਵਾਂਗੇ ਅਸੀਂ। ਜਿਹੜੇ ਤਾਂ ਬਾਹਰੋਂ ਆਉਣੇ ਉਹਨਾਂ ਦਾ ਤਾਂ ਹੋਣਾ ਹੀ ਹੋਣਾ, ਲੇਕਿਨ ਜਦੋਂ ਤੁਸੀਂ ਕਿਸੇ ਛੋਟੀ ਸਰਜਰੀ ਵਾਸਤੇ ਵੀ ਜਾਂਦੇ ਹੋ, ਡਾਕਟਰਸ ਹੁੰਦੇ ਨੇ, ਨਰਸਿਸ ਹੁੰਦੇ ਨੇ, ਅਸਿਸਟੈਂਟਸ ਹੁੰਦੇ ਨੇ, ਔਰ ਅਗਰ ਤੁਹਾਡਾ ਟੈਸਟ ਹੋ ਜਾਏ ਔਰ ਤੁਸੀਂ ਉਹਦੇ 'ਚ ਨੈਗੇਟਿਵ ਆਓ, ਉਹਨਾਂ ਦਾ ਵੀ ਬਚਾਅ ਹੋ ਜਾਂਦਾ ਔਰ ਉਹਨਾਂ ਹੋਰਾਂ ਦਾ ਜਿਹੜੇ ਹਸਪੀਟਲ ਦੇ ਵਿੱਚ ਨੇ ਮਰੀਜ਼ ਜਿਨ੍ਹਾਂ ਨੂੰ ਨਹੀਂ ਬਿਮਾਰੀ, ਅਗਰ ਕਿਸੇ ਨੂੰ ਬਿਮਾਰੀ ਹੈ ਔਰ ਉਹਦਾ ਟੈਸਟ ਨਹੀਂ ਹੁੰਦਾ, ਉਹਨਾਂ ਨੂੰ ਵੀ ਦੇ ਸਕਦਾ। ਇਸ ਕਰਕੇ ਇਹ ਜੋ ਫੈਸਲਾ ਹੈਲਥ ਡਿਪਾਰਟਮੈਂਟ ਨੇ ਕੀਤਾ ਕਿ ਜੋ ਵੀ ਤੁਸੀਂ ਸਰਜਰੀ ਵਾਸਤੇ ਜਾਓ ਉਦੋਂ ਵੀ ਟੈਸਟ ਹੋ, ਔਰ ਨੈਚੁਰਲੀ ਜਿਹੜੇ ਬਾਹਰੋਂ ਆਉਣਗੇ ਦੂਜੇ ਸੂਬਿਆਂ ਤੋਂ ਉਹਨਾਂ ਦਾ ਟੈਸਟ ਹੋਣਾ ਹੀ ਹੋਣਾ। ਇਹ ਜਵਾਬ ਹੈ ਤੁਹਾਡਾ। ਇਹ ਮੈਨੂੰ ਪੁੱਛਦੇ ਨੇ ਗੁਰਦਾਸਪੁਰ ਤੋਂ ਪ੍ਰਿੰਸ ਜੀ ਕਿ ਸਾਡੇ ਧਾਰਮਿਕ ਜਗ੍ਹਾ 'ਚ, ਇਹ ਮੈਂ ਸਵਾਲ ਪਹਿਲਾਂ ਹੀ ਤੁਹਾਨੂੰ ਜਵਾਬ ਦੇ ਚੁੱਕੇ ਹਾਂ ਕਿ ਬੜੇ ਲੋਕ ਧਾਰਮਿਕ ਜਗ੍ਹਾ 'ਚ ਇਕੱਠੇ ਹੋ ਜਾਂਦੇ ਨੇ। ਇਹਨੂੰ ਇਨਫੋਰਸ ਕਰਨ ਵਾਸਤੇ ਮੈਂ DGP ਸਾਹਿਬ ਨੂੰ ਵੀ ਕਹਾਂਗਾ ਕਿ ਉਹ ਆਪਣੇ ਮਹਿਕਮੇ ਨੂੰ ਕਹਿਣ ਕਿ ਇਹਦੀ ਇਨਫੋਰਸਮੈਂਟ ਕਰਨ। ਲੇਕਿਨ ਕੀ ਸਾਡਾ ਮੈਂ ਅਪੀਲ ਕੀਤੀ ਹੈ ਹੁਣੀ, ਉਹ ਅਪੀਲ 'ਚ ਮੈਂ ਆਸ ਕਰਦਾ ਹਾਂ ਕਿ ਤੁਹਾਡੇ ਜਿਹੜੇ ਆਪਣੇ ਧਾਰਮਿਕ ਉੱਥੇ ਸ਼ਖਸੀਅਤਾਂ ਨੇ ਜੋ ਆਪਣੇ ਚਾਹੇ ਕਿਸੇ ਧਰਮ ਦੇ ਵਿੱਚ ਵੀ, ਉਹ ਆਪਣੇ ਤੌਰ 'ਤੇ ਜ਼ਿੰਮੇਵਾਰੀ ਸਮਝ ਕੇ ਆਪਣੇ ਸੰਗਤ ਨੂੰ ਜ਼ਰੂਰ ਇਹ ਗੱਲਾਂ ਦੱਸਣ ਔਰ ਚੈੱਕ ਕਰਨ ਵਾਸਤੇ ਪੁਲਿਸ ਫੋਰਸ ਚੈੱਕ ਕਰੇਗੀ। ਇੱਕ ਤੁਸੀਂ ਸਵਾਲ ਇਹ ਕੀਤਾ ਕਿ
ਬੱਸਾਂ ਦੇ ਵਿੱਚ ਜ਼ਿਆਦਾ ਬੰਦੇ ਬਹਿ ਸਕਦੇ ਨੇ, ਪੂਰੇ ਬੰਦੇ ਬਹਿ ਸਕਦੇ ਨੇ। ਮੈਂ ਇਜਾਜ਼ਤ ਦਿੱਤੀ ਸੀ ਕਿ ਮਿਨੀ ਬੱਸ ਵੀ ਔਰ ਵੱਡੇ ਬੱਸ ਵੀ ਉਹਦੇ ਵਿੱਚ ਤੁਸੀਂ ਪੂਰੀ ਬੱਸਿਸ ਹੋ ਸਕਦੀਆਂ ਨੇ, ਕਿਉਂਕਿ ਪੈਟਰੋਲ ਦਾ ਕੀਮਤ ਵੱਧ ਗਈ ਸੀ, ਡੀਜ਼ਲ ਦੀ ਵੱਧ ਗਈ ਸੀ, ਔਰ ਅਗਰ ਅਸੀਂ ਸੋਸ਼ਲ ਡਿਸਟੈਂਸਿੰਗ ਰੱਖਦੇ ਫਿਰ ਉਹਨਾਂ ਦਾ ਖਰਚਾ ਨਹੀਂ ਨਿਕਲਦਾ ਸੀਗਾ। ਤੋ ਉਹਦੇ ਬਾਵਜੂਦ ਦੇਣ ਤੋਂ ਬਾਅਦ ਵੀ, ਕਿਉਂਕਿ ਮੂਵਮੈਂਟ ਪੰਜਾਬ ਦੇ ਵਿੱਚ ਘੱਟ ਹੈ, ਜਿਹੜੀ ਮੈਂ ਇਜਾਜ਼ਤ ਦਿੱਤੀ ਸੀ, ਪਰ ਉਹਦੇ ਬਾਵਜੂਦ ਸਿਰਫ 25 ਤੋਂ ਲੈ ਕੇ 50% ਇਸ ਵੇਲੇ ਤੱਕ ਬੱਸਾਂ ਦੇ ਵਿੱਚ ਲੋਕ ਜਾ ਰਹੇ ਨੇ, ਕਿਉਂਕਿ ਲੋਕ ਘੁੰਮ ਨਹੀਂ ਰਹੇ ਨੇ ਜ਼ਿਆਦਾ ਇਸ ਬਿਮਾਰੀ ਕਰਕੇ। ਲੇਕਿਨ ਤੁਸੀਂ ਜਿਹੜੀ ਪੁੱਛੀ ਹੈ ਕਿ ਜਿਹੜਾ ਗੱਡੀਆਂ ਨੇ, ਗੱਡੀਆਂ ਦੇ ਵਿੱਚ ਵੀ ਫਿਰ ਇਹ ਕਿਉਂ ਨਹੀਂ? ਹਾਂ, ਮੈਂ ਤੁਹਾਡੇ ਨਾਲ ਐਗਰੀ ਕਰਦਾ ਇਸ 'ਚ, ਔਰ ਮੈਂ ਆਪਣੇ ਟਰਾਂਸਪੋਰਟ ਡਿਪਾਰਟਮੈਂਟ ਨੂੰ ਕਹੂੰਗਾ ਕਿ ਗੱਡੀ ਦੇ ਲਿਹਾਜ਼ ਨਾਲ ਤੁਸੀਂ ਪੈਸੇਂਜਰ ਦਾ ਵਾਧਾ ਉਹਦੇ 'ਚ ਕਰ ਸਕਦੇ ਹੋ। ਹੁਣ ਅਗਰ ਬਹੁਤ ਛੋਟੀ ਗੱਡੀ ਹੈ, ਉਹਦੇ 'ਚ ਸ਼ਾਇਦ ਇੱਕ ਅੱਗੇ ਬਹਿ ਸਕਦੇ ਆ, 2 ਪਿੱਛੇ ਬਹਿ ਸਕਦੇ ਨੇ। ਜਿਹੜੀਆਂ ਵੱਡੀਆਂ ਗੱਡੀਆਂ ਨੇ ਸ਼ਾਇਦ ਉਹਦੇ ਜ਼ਿਆਦਾ ਵੱਡੇ ਬਹਿ ਸਕਦੇ ਨੇ। ਇਹ ਐਜੂਕੇਸ਼ਨ ਟਰਾਂਸਪੋਰਟ ਡਿਪਾਰਟਮੈਂਟ ਇਹਦੇ ਗਾਈਡਲਾਈਨਸ ਕੱਢ ਦੂਗਾ, ਰੂਲਸ, ਔਰ ਤੁਹਾਨੂੰ ਜਲਦੀ ਅਸੀਂ ਤੁਹਾਨੂੰ ਐਲਾਨ ਕਰ ਦਾਂਗੇ ਦਾ। ਇਹ ਸਵਾਲ ਕੀਤਾ ਸੀਗਾ ਜਸਬੀਰ ਕੰਗ ਜੀ ਨੇ। ਹਾਂ, ਮੈਨੂੰ ਇਹ ਤੁਸੀਂ ਸਵਾਲ ਕੀਤਾ ਹੈ ਕਿ ਰਕਸ਼ਾ ਬੰਧਨ 'ਤੇ ਤੁਸੀਂ ਇੰਟਰਸਟੇਟ ਬੱਸਾਂ ਜਾਣ ਦੀ ਇਜਾਜ਼ਤ ਹੈ ਜਾਂ ਨਹੀਂ। ਅਸੀਂ ਆਪਣੇ ਤੌਰ 'ਤੇ ਕੋਈ ਨਹੀਂ ਕੀਤੀ। ਪੰਜਾਬ ਤੋਂ ਹਿਮਾਚਲ ਜਾਣੀ ਹੈ, ਕੋਈ ਬੱਸ ਸ਼ੌਕ ਨਾਲ ਜਾ ਸਕਦੀ ਹੈ, ਹਰਿਆਣੇ ਜਾ ਸਕਦੀ ਹੈ, ਰਾਜਸਥਾਨ ਜਾ ਸਕਦੀ ਹੈ। ਅਸੀਂ ਨਹੀਂ ਕਿਸੇ ਨੂੰ ਰੁਕਾਵਟ ਪਾਈ। ਦੂਜੀਆਂ ਸਟੇਟਾਂ ਦਾ ਮੈਨੂੰ ਨਹੀਂ ਪਤਾ। ਅਗਰ ਦੂਜੀਆਂ ਸਟੇਟ ਬੱਸਾਂ ਨਹੀਂ ਆਉਣ ਦਿੰਦੀਆਂ, ਉਹ ਤਾਂ ਫਿਰ ਉਹਨਾਂ ਦੀ ਗੱਲ ਹੈ, ਲੇਕਿਨ ਸਾਡੇ ਵੱਲੋਂ ਕੋਈ ਰੁਕਾਵਟ ਨਹੀਂ। ਔਰ ਇੱਕ ਗੱਲ ਇਹਦੇ 'ਚ ਮੈਂ ਇੱਕ ਹੋਰ ਜੋੜਨਾ ਚਾਹੁੰਦਾ, ਮੈਨੂੰ ਇੱਕ ਹਲਵਾਈਆਂ ਤੋਂ ਖਾਸ ਕਰਕੇ ਰਿਕੁਐਸਟ ਆਈ ਹੈ ਕਿ ਤੁਸੀਂ ਐਤਵਾਰ ਨੂੰ ਦੁਕਾਨਾਂ ਸਾਰੀਆਂ ਬੰਦ ਨੇ ਸਾਡੀਆਂ। ਇਸ ਐਤਕੀ ਐਤਵਾਰ ਹੈ 2 ਅਗਸਤ ਨੂੰ, ਔਰ ਰਕਸ਼ਾ ਬੰਧਨ 3 ਅਗਸਤ ਨੂੰ ਹੈ। ਤਾਂ ਤੁਸੀਂ ਸਾਨੂੰ ਇਜਾਜ਼ਤ ਦਿਓ, ਕਿਉਂਕਿ ਉੱਥੇ ਸਾਡੀ ਬਹੁਤ ਮਠਿਆਈਆਂ ਲੋਕ ਖਰੀਦਣ ਵਾਸਤੇ ਆਉਂਦੇ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਔਰ ਅਸੀਂ ਤੁਹਾਨੂੰ 2 ਤਰੀਕ ਨੂੰ ਤੁਸੀਂ ਐਤਵਾਰ ਨੂੰ ਆਪਣੀ ਹਲਵਾਈ ਦੀ ਦੁਕਾਨਾਂ ਖੋਲ੍ਹੋ, ਔਰ ਜ਼ਰੂਰ ਉੱਥੇ ਆਪਣਾ ਬਿਜ਼ਨਸ ਜੋ ਕੁਝ ਕਰਨਾ ਹੈ, ਤਾਂ ਕਿ ਰਕਸ਼ਾ ਬੰਧਨ ਦਾ ਆਪਾਂ ਕਵਰ ਕਰ ਸਕੀਏ ਜੋ ਵੀ ਮਠਿਆਈਆਂ ਵਗੈਰਾ ਲੋਕ ਖਰੀਦਦੇ ਨੇ ਉਸ ਦਿਨ। ਇੱਕ ਮੈਨੂੰ ਇਹ ਪੁੱਛਿਆ ਸੀ ਮੈਨੂੰ ਰਾਜੇਸ਼ ਕੁਮਾਰ ਜੀ ਨੇ ਜਲੰਧਰ ਤੋਂ। ਇੱਕ ਸਵਾਲ ਆਇਆ ਮੇਰਾ ਕਿ ਇਹ ਉਹਨਾਂ ਨੇ ਪੁੱਛਿਆ ਕਿ ਬਫਰ ਜ਼ੋਨ ਔਰ ਕੰਟੇਨਮੈਂਟ ਜ਼ੋਨ ਐਂਡ ਹੈਲਦੀ ਜ਼ੋਨ ਦਾ ਮਤਲਬ ਕੀ ਹੈ। ਮਾਈਕਰੋ ਕੰਟੇਨਮੈਂਟ ਜ਼ੋਨ ਫॉर ਇੰਡੀਵਿਜੂਅਲ ਅਫੈਕਟਡ ਹੈਬਿਟੇਸ਼ਨਸ ਕੀ ਹੈ। ਕੰਟੋਨਮੈਂਟ ਜ਼ੋਨਸ ਫॉर ਲਾਰਜ ਅਫੈਕਟਡ ਹੈਬਿਟੇਸ਼ਨਸ ਕੀ ਹੈ। ਬੇਟਾ, ਪਹਿਲਾਂ ਜਦ ਸ਼ੁਰੂ ਹੋਇਆ ਸੀ ਨਾ, ਅਸੀਂ ਜਦੋਂ ਲੋਕਡਾਊਨ ਕੀਤਾ ਸੀ, ਉਹ ਤਾਂ ਪੂਰਾ ਲੋਕਡਾਊਨ ਸੀ। ਉਸ ਤੋਂ ਬਾਅਦ ਅਸੀਂ ਕੰਟੇਨਮੈਂਟ ਜ਼ੋਨਸ ਕਿ ਕਿਸੇ ਮਹੱਲੇ 'ਚ ਹੋ ਜੇ, ਫਰਜ਼ ਕਰੋ ਮੈਂ ਪਟਿਆਲੇ ਦੀ ਗੱਲ ਕਰਦਾ, ਇੱਕ ਮਹੱਲੇ ਸਾਡੇ ਹੋ ਜੇ, ਇਹਦਾ ਮਤਲਬ ਇਹ ਨਹੀਂ ਕਿ ਮੇਨ ਸਿਟੀ ਦੇ ਵਿੱਚ, ਪੁਰਾਣੀ ਸ਼ਹਿਰ ਦੇ ਵਿੱਚ ਤੁਸੀਂ ਕੋਈ ਇੱਕ ਮਹੱਲੇ 'ਚ ਹੋ ਜੇ ਔਰ ਤੁਸੀਂ ਸਾਰਾ ਪਟਿਆਲਾ ਹੀ ਬੰਦ ਕਰ ਦਿਓ। ਪਟਿਆਲਾ ਬੰਦ ਕਰਨ ਦਾ ਮਤਲਬ ਹੈ ਸਿਰਫ ਸ਼ਹਿਰ ਨਹੀਂ, ਮਤਲਬ ਰਾਜਪੁਰਾ ਵੀ, ਨਾਭਾ ਵੀ, ਸਮਾਣਾ ਵੀ, ਸ਼ਤਰਾਣਾ ਵੀ, ਉਹ ਵੀ ਬੰਦ ਕਰ ਦਿਓ। ਉਹਦਾ ਕੀ ਲੌਜਿਕ ਸੀ? ਤਾਂ ਹੀ ਅਸੀਂ ਪ੍ਰਾਈਮ ਮਿਨਿਸਟਰ ਨੂੰ ਕਿਹਾ ਕਿ ਇਹ ਨਹੀਂ ਲੋਕਡਾਊਨ ਦੇ ਨਾਲ ਇਹ ਗੱਲ ਚੱਲ ਸਕਦੀ, ਇਹਦਾ ਕੁਝ ਆਪਾਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕਰਨੇ ਚਾਹੀਦੇ ਨੇ। ਹੁਣ ਉਹਦਾ ਮਾਈਕਰੋ ਕੰਟੇਨਮੈਂਟ ਜ਼ੋਨ ਦਾ ਇਹ ਮਤਲਬ ਹੈ ਕਿ ਅਗਰ ਫਰਜ਼ ਕਰੋ ਪਟਿਆਲੇ ਕਿਸੇ ਆਪਣੇ ਮੁਹੱਲੇ 'ਚ ਹੋ ਜੇ, ਤਾਂ ਇੱਕ ਮੁਹੱਲੇ ਦੇ ਖੂੰਜੇ ਦੇ ਵਿੱਚ ਕਿਸੇ ਘਰ ਦੇ ਵਿੱਚ ਹੈ, ਤਾਂ ਉਹ ਖੂੰਜੇ ਨੂੰ ਔਰ ਉਹਦੇ ਆਲੇ ਦੁਆਲੇ 2-4 ਘਰ ਹੋਰ ਅਸੀਂ ਬਫਰ ਜ਼ੋਨ ਬਣਾ ਕੇ ਉੱਥੇ ਰੱਖੀਏ, ਬਾਕੀ ਮੁਹੱਲਾ ਨੂੰ ਅਸੀਂ ਖੋਲ੍ਹ ਦਈਏ। ਇਹ ਸੀ ਮਾਈਕਰੋ ਕੰਟੇਨਮੈਂਟ ਜ਼ੋਨ। ਇਹ ਕੰਟੇਨਮੈਂਟ ਜ਼ੋਨ ਔਰ ਦੂਜੇ ਬਫਰ ਜ਼ੋਨ ਦਾ ਕੰਮ ਹੁਣ ਪਹਿਲਾਂ ਦਾ ਖਤਮ ਹੋ ਗਿਆ। ਹੁਣ ਤਾਂ ਮਾਈਕਰੋ ਕੰਟੇਨਮੈਂਟ 'ਤੇ ਅਸੀਂ ਆ ਗਏ ਹਾਂ, ਔਰ ਇਹ ਕੰਟਰੋਲ ਅੱਛਾ ਹੋ ਰਿਹਾ ਸਾਡੇ ਸ਼ਹਿਰਾਂ ਦੇ ਵਿੱਚ। ਇਹ ਜਿਹੜੀ ਬਿਮਾਰੀ ਵੱਧ ਰਹੀ ਹੈ ਨਾ, ਸਮਝੋ ਕਿ ਆਪਣੇ ਇੱਥੇ ਜ਼ਿਆਦਾ ਫੈਲ ਰਹੀ ਹੈ। ਲੋਕਲ ਵੀ ਕੁਛ ਹੁੰਦੀ ਹੈ, ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਔਰ ਤੁਸੀਂ ਮਾਸਕ ਨਹੀਂ ਪਾਉਂਦੇ ਤਾਂ ਇਹ ਗੱਲਾਂ ਹੋ ਜਾਂਦੀਆਂ ਨੇ, ਲੇਕਿਨ ਇਹ ਜ਼ਿਆਦਾ ਹੋ ਰਹੀ ਹੈ ਸਾਡੇ ਜਿਹੜੇ ਬਾਹਰੋਂ ਲੋਕ ਆ ਰਹੇ ਨੇ। ਬਾਹਰੋਂ ਅੱਜ ਵੀ ਤਕਰੀਬਨ 12-13-14 ਹਜ਼ਾਰ ਤੱਕ ਟਰੱਕ ਹੀ ਆਉਂਦੇ ਨੇ ਹਰ ਦਿਨ ਰੋਜ਼। ਉਹਦਾ ਮਤਲਬ 2 ਬੰਦੇ ਵੀ ਅਗਰ ਟਰੱਕ 'ਚ ਹੋਣ ਤਾਂ 24,000 ਬੰਦਾ ਤਾਂ ਇਹ ਹੋ ਗਿਆ। 7,000 ਦੇ ਕਰੀਬ ਤੁਹਾਡੀ ਗੱਡੀਆਂ ਆਉਂਦੀਆਂ ਨੇ ਡੇਲੀ ਦਿੱਲੀ ਦੇ GT ਰੋਡ ਦੇ ਉੱਪਰੋਂ।
ਉਹਦੇ ਵਿੱਚ ਅਗਰ ਤੁਸੀਂ 2 ਬੰਦੇ ਵੀ ਰੱਖ ਲਓ 12,000 ਤਾਂ ਹੀ ਹੋ ਜਾਂਦੇ ਨੇ। ਤਾਂ ਦੇਖ ਲਓ ਰਲ ਕੇ ਤੁਹਾਡਾ 35-36,000 ਲੋਕ ਤੁਹਾਡੇ ਆ ਗਏ। ਇੱਥੋਂ ਆ ਰਹੇ ਹੈ ਕਿਉਂਕਿ ਦਿੱਲੀ ਬਿਲਕੁਲ ਬੁਰੀ ਹਾਲਤ ਦੇ ਵਿੱਚ ਹੈ ਇਸ ਵੇਲੇ। ਹਰਿਆਣੇ ਦੇ ਵਿੱਚ ਫਰੀਦਾਬਾਦ ਗੁੜਗਾਂਵ ਵਗੈਰਾ ਦੇ ਵਿੱਚ ਇਹ ਬਹੁਤ ਪ੍ਰੋਬਲਮਸ ਆ ਰਹੀਆਂ ਨੇ, ਅਤੇ ਉੱਧਰੋਂ ਜ਼ਿਆਦਾ ਆ ਰਹੀ ਹੈ। ਉਹ ਅਸੀਂ ਚੈੱਕ ਕਰ ਰਹੇ ਹਾਂ ਸ਼ੰਭੂ ਵਗੈਰਾ ਸਾਡੇ ਬਾਰਡਰਾਂ ਦੇ ਉੱਪਰ, ਲੇਕਿਨ ਫਿਰ ਵੀ ਕਈ ਗੱਲ ਨਿਕਲ ਜਾਂਦੇ ਨੇ। ਔਰ ਇਸ ਕਰਕੇ ਇਹ ਜ਼ਰੂਰੀ ਹੈ ਕਿ ਸਾਨੂੰ ਇਹ ਕੰਟਰੋਲ ਅਸੀਂ ਇਹ ਰੱਖੀਏ ਉੱਥੇ ਵੀ ਔਰ ਇੱਧਰ ਵੀ। ਜਿਨ੍ਹਾਂ ਨੂੰ ਬਾਈ ਚਾਂਸ ਆ ਕੇ ਦੇਖੋ, ਹੁਣ ਤੁਸੀਂ ਬਾਰਡਰ 'ਤੇ ਚੈੱਕ ਕਰ ਲਓ, ਬਾਰਡਰ 'ਤੇ ਕੋਈ ਨੈਗੇਟਿਵ ਨਿਕਲਿਆ ਹੁੰਦਾ ਹੈ, ਲੇਕਿਨ ਇਹ ਬਿਮਾਰੀ ਨਿਕਲਦੀ ਹੈ ਕੋਈ 6 ਦਿਨਾਂ ਤੋਂ ਬਾਅਦ। ਅਗਰ ਅੱਜ ਮੈਨੂੰ ਇਨਫੈਕਸ਼ਨ ਹੋਈ ਹੈ, ਇਹ ਦਿਖੇਗੀ ਡਾਕਟਰਾਂ ਨੂੰ ਜਦ ਟੈਸਟ ਕਰਾਂਗੇ 5th ਡੇ ਤੋਂ ਬਾਅਦ, 5ਵੇਂ ਦਿਨ ਤੋਂ ਲੈ ਕੇ 7ਵੇਂ ਦਿਨ ਦੇ ਦੌਰਾਨ ਆਮ ਤੌਰ 'ਤੇ, ਲੇਕਿਨ ਜਾਂਦੀ ਹੈ 14 ਦਿਨ ਤੱਕ। ਇਸ ਕਰਕੇ ਇਹ ਜ਼ਰੂਰੀ ਹੈ ਕਿ ਇਸ ਨੂੰ ਅਸੀਂ ਕੰਟਰੋਲ ਇਹ ਮਾਈਕਰੋ ਜ਼ੋਨਸ ਦੇ ਰਾਹੀਂ ਕਰੀਏ, ਕਿ ਮਾਈਕਰੋ ਜ਼ੋਨ ਜਿੱਥੇ ਹੋਇਆ ਇੱਕ ਉੱਥੇ ਅਸੀਂ ਕੰਟਰੋਲ ਕਰ ਲਿਆ, ਉੱਥੇ ਇਹਨੂੰ ਸੀਲ ਆਫ ਕਰਤਾ, ਔਰ ਨਾਲ 2-3 ਘਰ ਜਿੱਥੇ ਕੋ ਹੋ ਸਕਦਾ ਹੈ ਕਿ ਉੱਥੇ ਬਿਮਾਰੀ ਚਲੀ ਗਈ ਉਹਨੂੰ ਬਫਰ ਜ਼ੋਨ ਬਣਾਤਾ, ਔਰ ਬਫਰ ਜ਼ੋਨ ਤੋਂ ਬਾਅਦ ਉਸ ਤੋਂ ਬਾਅਦ ਬਾਕੀ ਮੁਹੱਲੇ ਨੂੰ ਅਸੀਂ ਖੋਲ੍ਹ ਦਿੱਤਾ। ਇਹ ਚੀਜ਼ਾਂ ਅਸੀਂ ਕਰ ਰਹੇ ਹਾਂ, ਔਰ ਇਹਦਾ ਮਤਲਬ ਇਹ ਹੈ। ਮੈਨੂੰ ਖੁਸ਼ੀ ਹੈ ਕਿ ਤੁਸੀਂ ਇਹ ਪੁੱਛਿਆ, ਕਿਉਂਕਿ ਕਈ ਲੋਕ ਸੋਚ ਰਹੇ ਹੋਣੇ ਪਰ ਪੁੱਛ ਨਹੀਂ ਰਹੇ। ਆਹ ਹੈ ਸਾਡੇ ਇੱਥੇ ਦਾ, ਔਰ ਇਹਦੇ ਨਾਲ ਜੋ ਅਸੀਂ ਸੁਜੈਸ਼ਨ ਦਿੱਤੀ ਸੀ ਪ੍ਰਾਈਮ ਮਿਨਿਸਟਰ ਨੂੰ, ਉਹਨਾਂ ਨੇ ਸਾਡੀ ਗੱਲ ਮੰਨ ਲਈ, ਔਰ ਪੂਰੇ ਹਿੰਦੁਸਤਾਨ 'ਚ ਹੀ ਉਹਨੇ ਮਾਈਕਰੋ ਕੰਟੇਨਮੈਂਟ ਜ਼ੋਨ ਚੱਲ ਰਹੇ ਨੇ। ਇਹ ਮੈਨੂੰ ਪੁੱਛਿਆ ਮਨਪ੍ਰੀਤ ਸਿੰਘ ਜੀ ਖਮਾਣੋ ਕਲਾਂ ਫਤਿਹਗੜ੍ਹ ਸਾਹਿਬ ਤੋਂ। ਉਹਨਾਂ ਨੇ ਕਿਹਾ ਕਿ ਮੈਂ ਖਮਾਣੋ ਦਾ ਰਹਿਣ ਵਾਲਾ ਹੈ, ਮੈਂ ਇੱਕ ਗਰੀਬ ਦੁਕਾਨਦਾਰ ਹੈ। ਮੇਰੀ ਬੇਟੀ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ 'ਚ ਪੜ੍ਹਦੀ ਸੀ, ਔਰ ਸਕੂਲ ਨੇ ਐਨੂਅਲ ਚਾਰਜਸ ਮੈਥੋਂ ਮੰਗੇ, ਅਤੇ ਮੈਂ ਉਹ ਜਦ ਨਹੀਂ ਦੇ ਸਕਿਆ ਸੀ ਅਤੇ ਸਾਨੂੰ ਲਿਸਟ ਦੇ ਵਿੱਚੋਂ ਸਾਨੂੰ ਕੱਟ ਦਿੱਤਾ ਹੈ, ਔਰ ਮੈਨੂੰ ਹੋਮਵਰਕ ਵੀ ਨਹੀਂ ਦੇ ਰਹੇ ਇਸ ਵੇਲੇ। ਮੇਰੀ ਪਲੀਜ਼ ਮਦਦ ਕਰੋ। ਬੇਟਾ ਮੈਂ ਕਿਹਾ ਹੋਇਆ ਸਾਰੇ ਸਕੂਲਾਂ ਨੂੰ, ਕੋਈ ਕਿਸੇ ਨੂੰ ਨਹੀਂ ਕੱਢੇਗਾ ਇਸ 'ਚ, ਔਰ ਮੈਂ ਹੁਣੀ ਡਿਪਟੀ ਕਮਿਸ਼ਨਰ ਨੂੰ ਦੱਸ ਰਿਹਾ ਕਿ ਜਾ ਕੇ ਉੱਥੇ ਦੇਖ ਕੇ ਆਉਣ ਕਿ ਸਕੂਲ ਨੇ ਇਹ ਉਲੰਘਣਾ ਕਿਉਂ ਕੀਤੀ ਹੈ। ਉਹਨਾਂ 'ਤੇ ਅਗਰ ਸਾਨੂੰ ਕੋਈ ਪੈਨਲਟੀ ਵੀ ਲਾਉਣੀ ਪਊ, ਮੈਂ ਪੈਨਲਟੀ ਲਾਉਣ ਨੂੰ ਤਿਆਰ ਹੈ। ਕੋਈ ਬੱਚੇ ਨੂੰ ਇਹ ਅਗਰ ਦੁਖੀ ਕਰਨਗੇ ਤਾਂ ਮੈਂ ਫਿਰ ਉਰੇ ਬੈਠਾ ਮੈਂ ਦੇਖੂੰਗਾ ਕਿ ਕੈਸੇ ਬੱਚਿਆਂ ਨੂੰ ਉੱਥੇ ਇਹਨਾਂ ਦੁਖੀ ਕਰਨਗੇ, ਔਰ ਇਹ ਬੱਚੀ ਨੂੰ ਅਸੀਂ ਤੁਹਾਡੇ ਬੱਚੇ ਨੂੰ ਜ਼ਰੂਰ ਦੇਖਾਂਗੇ ਕਿ ਸਕੂਲ ਵਾਪਸ ਲਵੇ। ਔਰ ਡਿਪਟੀ ਕਮਿਸ਼ਨਰ ਨੂੰ ਮੈਂ ਹੁਣ ਅੱਜ ਹੀ ਦੱਸ ਰਿਹਾ ਕਿ ਅੱਜ ਜਾਂ ਕੱਲ੍ਹ ਤਾਈਂ ਉੱਥੇ ਪਹੁੰਚ ਕੇ, ਕੱਲ੍ਹ ਐਤਵਾਰ ਹੈ, ਕੋਈ ਗੱਲ ਨਹੀਂ, ਪਤਾ ਕਰੇ ਨੇ ਕੌਣ ਹੈ ਸਕੂਲ ਦੇ ਇੰਚਾਰਜ, ਔਰ ਇਹਨੂੰ ਠੀਕ ਕਰਨ ਜਾ ਕੇ। ਇਹ ਪੁੱਛਿਆ ਸਵਾਲ, ਕੋਈ ਨਾਂ ਨਹੀਂ ਹੈ ਸਕੂਲ 'ਚ। ਉਹਨਾਂ ਨੇ ਪੁੱਛਿਆ ਕਿ ਮੈਂ ਬੜੀ ਜਲਿਆਂਵਾਲਾ ਬਾਗ ਦਾ ਜਿਹੜਾ ਕੰਮ ਚੱਲ ਰਿਹਾ ਹੈ ਉਹਦੇ ਵਿੱਚ ਮੈਨੂੰ ਕੁਛ ਇਹੋ ਜਿਹੀ ਤਸਵੀਰਾਂ ਦੇਖੀਆਂ ਸੀ ਜਿਹੜੀ ਹੋਣੀਆਂ ਨਹੀਂ ਚਾਹੀਦੀਆਂ ਸੀ ਉੱਥੇ। ਇੱਕ ਪਾਸੇ ਨੇ ਸਾਡੇ ਫਰੀਡਮ ਫਾਈਟਰਸ ਦੀ ਪਿਕਚਰਸ ਤਸਵੀਰਾਂ, ਔਰ ਦੂਜੇ ਕੋਈ ਹੋਰ ਕਿਸਮ ਦੀ ਤਸਵੀਰਾਂ, ਅਤੇ ਇਹ ਕਿਹਦਾ ਐਕਸ਼ਨ ਔਰ ਕੀ ਐਕਸ਼ਨ ਲਿੱਤਾ ਜਾਵੇਗਾ। ਬੇਟਾ ਹੁਣ ਇਹ ਪ੍ਰਬੰਧ ਸਾਡੇ ਕੋਲ ਨਹੀਂ ਰਿਹਾ। ਇਹ ਹੁਣ ਆਰਕੀਓਲੋਜੀਕਲ ਸਰਵੇ ASI ਆਫ ਇੰਡੀਆ, ਆਰਕੀਓਲੋਜੀਕਲ ਸਰਵੇ ਆਫ ਇੰਡੀਆ ਕਹਿੰਦੇ ਨੇ ASI ਨੂੰ, ਮਿਨਿਸਟਰੀ ਆਫ ਕਲਚਰ ਦੇ ਅਧੀਨ ਆਉਂਦਾ, ਗਵਰਨਮੈਂਟ ਆਫ ਇੰਡੀਆ ਦੇ। ਔਰ ਜਦ ਤੋਂ ਇਹ ਰੌਲਾ ਪਿਆ ਉਹਨਾਂ ਨੇ, ਮੈਂ ਸੁਣਿਆ ਕਿ ਉਹ ਤਸਵੀਰਾਂ ਹਟਾ ਦਿੱਤੀਆਂ ਨੇ, ਲੇਕਿਨ ਉਹਨਾਂ ਦੀ ਜ਼ਿੰਮੇਵਾਰੀ ਸੀ, ਔਰ ਅਸੀਂ ਜਦ ਸਾਨੂੰ ਪਤਾ ਲੱਗਿਆ ਅਸੀਂ ਉਹਨਾਂ ਨੂੰ ਦੱਸਿਆ ਸੀ, ਔਰ ਉਹ ਚੱਕ ਦਿੱਤੀਆਂ ਨੇ, ਉਹ ਹੈ ਨਹੀਂ ਇਸ ਵੇਲੇ। ਲੇਕਿਨ ਉਹਨਾਂ ਦਾ ਪੂਰਾ ਹੁਣ ਪ੍ਰਬੰਧ ਸਾਡਾ ਪੰਜਾਬ ਦਾ ਉਹਦੇ ਨਾਲ ਕੁਛ ਨਹੀਂ, ਸਾਰਾ ਹੀ ਗਵਰਨਮੈਂਟ ਆਫ ਇੰਡੀਆ ਨੇ ਸੰਭਾਲ ਲਿੱਤਾ। ਇਹ ਹੁਣ ਬਾਰ-ਬਾਰ ਇਹ ਆਈ ਜਾਂਦੀ ਹੈ ਸੋਸ਼ਲ ਮੀਡੀਆ 'ਤੇ, ਔਰ ਮੈਂ ਇਹਦਾ ਜਵਾਬ ਵੀ ਦੇ ਦਿੱਤਾ। ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਹਰ ਚੀਜ਼ ਦੇ ਵਿੱਚ ਸਿਆਸਤ ਖੇਡਦੇ ਨੇ ਲੋਕ। ਆਮ ਆਦਮੀ ਪਾਰਟੀ ਵੀ ਇਹ ਕਹਿੰਦੀ ਹੈ, ਅਕਾਲੀ ਦਲ ਵੀ ਇਹ ਕਹਿੰਦੀ ਹੈ ਕਿ ਚੀਫ ਮਿਨਿਸਟਰ ਦੇ ਫੰਡ ਦੇ ਵਿੱਚ 67 ਕਰੋੜ ਰੁਪਈਆ ਆਇਆ, ਸਿਰਫ ਇਸਤੇਮਾਲ ਤੁਸੀਂ ਕੀਤਾ 2 ਕਰੋੜ 28 ਹਜ਼ਾਰ। ਮੈਨੂੰ ਸਮਝ ਨਹੀਂ ਆਉਂਦੀ ਇਹ ਲੋਕਾਂ ਦੀ। ਹਾਲੇ ਤਾਂ ਬਿਮਾਰੀ ਦੇ ਅਸੀਂ ਪੀਕ 'ਤੇ ਨਹੀਂ ਪਹੁੰਚੇ, ਪਤਾ ਨਹੀਂ ਕਿੰਨੇ ਪੈਸਿਆਂ ਦੀ ਸਾਨੂੰ ਲੋੜ ਹੈ। ਇਸ ਵੇਲੇ 300 ਕਰੋੜ ਪੰਜਾਬ ਦਾ ਖਰਚਾ ਹੋ ਗਿਆ ਕੋਵਿਡ 'ਤੇ, ਔਰ 500 ਕਰੋੜ ਅਸੀਂ ਸਮਝਦੇ ਹਾਂ ਕਿ ਸਾਡਾ ਉੱਥੇ ਤਾਈਂ ਪਹੁੰਚ ਜਾਣਾ ਹੈ। ਇੰਨਾ ਤਾਂ ਅਸੀਂ ਖਰਚ ਰਹੇ ਹਾਂ। ਇਹ 27 ਕਰੋੜ ਜਿਹੜਾ 60 ਕਰੋੜ ਆਇਆ ਚੀਫ ਮਿਨਿਸਟਰ ਫੰਡ ਦਾ, ਸਿਰਫ ਕੋਵਿਡ ਵਾਸਤੇ ਰੱਖਿਆ ਹੈ। ਇਟਸ ਅ ਕੋਵਿਡ ਰਿਲੀਫ ਫੰਡ, ਔਰ ਉਹ ਜਦੋਂ ਸਾਨੂੰ ਲੋੜ ਪਵੇਗੀ, ਪਤਾ ਨਹੀਂ ਕਦੋਂ ਤਾਂ ਇਹ ਬਿਮਾਰੀ ਚੱਲਣੀ ਹੈ, ਅਗਲੇ 6 ਮਹੀਨੇ, ਅਗਲਾ ਸਾਲ, ਅਗਲੇ 2 ਸਾਲ, ਰੱਬ ਜਾਣਦਾ ਹੈ। ਤਾਂ ਜਦੋਂ ਪਤਾ ਲੱਗੂਗਾ ਸਾਨੂੰ ਕਿ ਉੱਥੇ
ਇਹ ਜਦੋਂ ਸਾਨੂੰ ਕੁਛ ਤਾਂ ਰਿਜ਼ਰਵ ਸਾਨੂੰ ਪੈਸੇ ਰੱਖਣੇ ਪੈਣਗੇ ਕਿ ਅਗਰ ਇਹ ਇਸ ਤਰੀਕੇ ਨਾਲ ਆ ਜਾਏ ਔਰ ਫੈਲ ਜਾਏ ਔਰ ਬਹੁਤ ਨੁਕਸਾਨ ਹੋ ਜਾਏ ਲੋਕਾਂ ਦਾ, ਫਿਰ ਅਸੀਂ ਰਿਲੀਫ ਕਿੱਥੋਂ ਦੇਵਾਂਗੇ? ਤੇ ਇਹ ਰੌਲਾ ਪਾਉਣਾ ਇਹ ਅਕਾਲੀਆਂ ਨੂੰ ਔਰ ਇਹਨਾਂ ਆਮ ਆਦਮੀਆਂ ਨੂੰ, ਮੈਨੂੰ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਰੌਲਾ ਪਾਉਣ ਤੋਂ ਪਹਿਲਾਂ ਜਰਾ ਸੋਚੋ ਕਿ ਕੀ ਹੋ ਰਿਹਾ ਦੁਨੀਆ 'ਚ, ਕੀ ਹੋ ਰਿਹਾ ਦੇਸ਼ 'ਚ, ਔਰ ਕੀ ਹੋ ਰਿਹਾ ਇੱਥੇ ਪੰਜਾਬ ਦੇ ਵਿੱਚ, ਔਰ ਫੇਰ ਹੀ ਬੋਲੋ। ਹਰ ਚੀਜ਼ ਨੂੰ ਤੁਸੀਂ ਸਿਆਸਤ ਬਣਾ ਦਿੰਦੇ ਹੋ। ਇੱਥੇ ਲੋਕਾਂ ਦੀ ਜਾਨਾਂ ਜਾ ਰਹੀਆਂ ਨੇ ਔਰ ਤੁਹਾਨੂੰ ਮੇਰਾ ਖਿਆਲ ਸਮਝਣਾ ਚਾਹੀਦਾ ਹੈ, ਤੁਸੀਂ ਸਿਆਸੀ ਲੋਕ ਸ਼ੁੱਡ ਬੀ ਰਿਸਪੌਂਸਿਬਲ ਪੀਪਲ, ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਤੁਹਾਡੀ। ਔਰ ਤੁਸੀਂ ਇਸ ਕੰਮ 'ਤੇ ਨਾ ਉਤਰੋ ਕਿ ਤੁਸੀਂ ਇਹ ਕਹੋ ਕਿ ਹੁਣ ਮੈਂ ਹੁਣ 67 ਕਰੋੜ ਹੋਰ ਖਰਚ ਦੇਵਾਂ, ਫਿਰ ਅਗਰ ਇਹ ਬਿਮਾਰੀ ਵੱਧ ਜਾਂਦੀ ਹੈ ਫਿਰ ਮੈਂ ਪੈਸੇ ਕਿੱਥੋਂ ਲਿਆਉਂਗਾ? ਕੁਛ ਤਾਂ ਸੋਚਿਆ ਕਰੋ ਥੋੜ੍ਹਾ ਬਹੁਤਾ। ਹਰ ਚੀਜ਼ ਨੂੰ ਸਿਆਸੀ ਗੱਲ ਨਾ ਬਣਾਓ। ਇਹ ਗਰੀਬ ਲੋਕਾਂ ਦੀ ਜਾਨਾਂ ਦਾ ਸਵਾਲ ਹੈ, ਪੰਜਾਬੀਆਂ ਦੀ ਜਾਨਾਂ ਦਾ ਸਵਾਲ ਹੈ, ਉਹਨਾਂ ਦੇ ਭਵਿੱਖ ਦਾ ਸਵਾਲ ਹੈ। ਉਹ ਤਾਂ ਤੁਸੀਂ ਸੋਚਦੇ ਨਹੀਂ। ਤੁਸੀਂ ਹਰ ਵੇਲੇ ਕੋਈ ਨਾ ਕੋਈ ਚੀਜ਼ ਕੋਈ ਸਿਆਸੀ ਬਣਾ ਕੇ ਉਹਦਾ ਫਾਇਦਾ ਉਠਾਉਣਾ ਚਾਹੁੰਦੇ ਹੋ। ਸ਼ਰਮ ਦੀ ਗੱਲ ਹੈ। ਮੈਂ ਸੱਚੀ ਸਮਝਦਾ, ਮੈਨੂੰ 52 ਸਾਲ ਹੋ ਗਏ ਪੰਜਾਬ ਦੀ ਸਿਆਸਤ ਵਿੱਚ, ਇਹੋ ਜਿਹੀ ਗੱਲ ਨਹੀਂ ਮੈਂ ਕਦੇ ਦੇਖੀ ਜਦੋਂ ਤੁਸੀਂ ਇਹੋ ਜਿਹੀ ਗੱਲਾਂ ਕਰਦੇ ਹੋ ਸਿਰਫ ਆਪਣੀ ਸਿਆਸਤ ਨੂੰ ਵਧਾਉਣ ਵਾਸਤੇ। ਤੋ ਇਹ ਸਾਡੇ ਕੋਲ ਪਿਆ ਹੈ। ਸਾਡੇ ਕੋਲ ਸਿਰਫ 2 ਕਰੋੜ 28,000 रुपये खर्चे है और 60 करोड़ साढ़े अकाउंट 'ਚ ਪਿਆ कोविड वास्ते, और सिर्फ कोविड वास्ते खर्च होएगा जैसे सानू लोड़ पएगी। इस वेले किसी नू नहीं पता, ना थोनू ना मैनू ना दुनिया के माहरां नू कि दवाई ये बीमारी कदों तक चलनी है। देख लो दुनिया के विच की हो रहा है, रोज़ टैलीविजन तुसीं देख रहे हो। देख लो देश के विच की हो रहा है। नंबर 2 ते आ गया हिंदुस्तान अज बीमारी के लिहाज नाल, और अपने बीमारी बहुत बढ़ रही है तेजी नाल। ये सारिया चीज़ां सानू देखनियां चाहिदियां ने और सानू जिम्मेवारी नाल गल करना चाहिदी है। अज फिर मैनू पुछया सी, इत्थे भी किसी ने अपना नाम नहीं दिता कि जिहड़े फाइन बढ़ाए ने तुसीं एक देखो, ये तो बड़ा सिंपल काम है। 3 चीज़ां असीं रखियां सी। एक मास्क पाउणा, अगर तुसीं मास्क नहीं पाओगे उहदे ते फाइन। दूसरा असीं रखिया सी कि सोशल डिस्टेंसिंग रखना, अगर तुसीं सोशल डिस्टेंसिंग नहीं रखोगे फाइन। तीसरा असीं किहा सी थुकना, जिहड़ा तुसीं सड़कां ते थुकदे हो। तुहानूं पता है थुक दे विच सब तो ज़्यादा एक कोविड दी इन्फैक्शन हुंदी है, तुहाडे पैरां ते लगदी है। फिर तुसीं किसी दे घर च जांदे हो, उत्थे फिर तुहाडे नाल उत्थे उहनां दे घर दे विच तुसीं छड्ड के आउंदे हो थुक, और वो फिर उत्थों बीमारी चढ़ जाती है किसी बच्चे दे या किसी होर परिवार दे। इस करके असीं फाइन रखिया सी कि थुकना बंद, ये सोशल डिस्टेंसिंग रखो, और असीं कहा सीगा इहदे उपर भी कि इस काम ने अपने मास्क पाउण नूं। और जदों तुसीं असीं जिहड़े मैं तुहानूं पहला बोलदे होए दस्सिआ कि असीं डेली 4,000 और 5,000 के दरम्यान साढ़े मास्क ना पाउण ते उत्थे साढ़े फाइन हुंदे ने, पर कोई 500 रुपये आराम नाल दे दिंदा। तां ही सानूं बढ़ाउणे पए ने कि कोई सोशल इहदे विच नहीं मैं हाले वधाया, लेकिन अगर लोग मेरी गल नहीं मनणगे और इहदे नाल वध रही है फिर मैनूं सख्ती करनी पऊ, होर वधाउणा पऊ। इस वेले असीं वधाया है जिहड़े 10,000 वगैरह है मैरिज पैलेसिस दे विच या यही जी सोशल गैदरिंग्स दे विच जदों तुसीं जाने हो, और अगर तुहानूं दस्सिया गया है कि एक शादी दे विच 30 तो ज़्यादा बंदे नहीं हो सकते और उत्थे ने 300, तो जिहड़ा मैरिज पैलेस का ओनर है उन्होंने 10,000 का उहदा फाइन लगेगा। इस किस्म की फाइनां असीं रखियां ने कंट्रोल रखने वास्ते। लेकिन मैं तुहानूं ये भी दसना चाहुंदा कि जिहड़ियां दूजियां ने सोशल डिस्टेंसिंग, थुकना और मास्क पाउणा, अगर मेरा कंट्रोल तो बाहर जा रहा कम, जिहड़ा हुण लग रहा है कि कोई मेरी गल नहीं आखे लगदा, तुसीं 4,000 और 5,000 के दरम्यान बंदे रोज़ उन्होंने फाइन लगता है इन्होंने गलों से, तो फिर मैनू उससे भी फाइन वधाउणा पऊ अगे नूं जाके। पर मैं नहीं करना चाहता, मैं किसी को नुकसान नहीं पहुँचाना चाहता, लेकिन मैं पंजाब भी बचाना है और मेरी जिम्मेवारी पंजाब है, पंजाब दे और सारे पंजाबियों दे। और अगर कुछ थोड़े जे लोग ने जिहड़े एंटी सोशल ने, जिहड़े सुनते नहीं साडी गल, फिर उन्होंने फिर कोई राह नहीं, फाइन वधाउणा पऊ सानूं। मैनू फिर अपना नाम जरूर रख दिया करो, क्योंकि ना जब आता है फिर मैं पढ़ सकदा और दस सकदा किहदा सवाल है। ये आया थोड़ा कि तुसीं
बड़ी चंगी गल की कि प्लाज्मा बैंक पंजाब दे विच खोल दिता और ये मैं समझदा कि बहुत घट है। वो मैं कह चुकिया थोनों कि असीं 2 होर प्लाज्मा बैंक का फैसला किया है, मैडिकल कॉलेज अमृतसर और मैडिकल कॉलेज फरीदकोट और मैडिकल कॉलेज पटियाले तो है ही, तो 3 हो जाएंगे साढ़े कोल बैंक्स। और वो है ना कि जेड़े जैसे हुण अगर 9000 बंदियां नूं इस वेले करोना ते बीमारी तो निकले ने वही दे सकते हैं ये खून। ਉਹਦੇ ਵਿੱਚੋਂ जैसे 17 ਬੰਦੇ ਨੂੰ ਆਉਣਾ ਸੀ ਪਟਿਆਲੇ, सिर्फ 7 ਦਾ खून ਅਸੀਂ ਲੈ ਸਕੇ ਹਾਂ। ਸੋ ਕਾਫੀ ਪਰਸੈਂਟੇਜ ਹੈ ਉਹ, ਕਿਉਂਕਿ ਉਹ ਜਿਹੜੇ ਐਂਟੀਬਾਡੀਜ਼ ਨੇ ਜਿਹਦੇ ਵਾਸਤੇ ਪਲਾਜ਼ਮਾ ਬੈਂਕ ਰੱਖਿਆ ਉਹਨਾਂ ਦੀ ਨਾ ਬਣੀਆਂ ਐਂਟੀਬਾਡੀਜ਼ ਨਹੀਂ ਬਣੀਆਂ ਜਾਂ ਕੋਈ ਮੈਡੀਕਲੀ ਤੌਰ 'ਤੇ ਉਹ ਬਲੱਡ ਨਹੀਂ ਲੈ ਸਕਦੇ ਸੀ, ਤਾਂ ਉਹ ਤਕਰੀਬਨ ਬਣਦਾ ਹੈ ਕਿੰਨਾ, ਕੋਈ 40% ਬਣਦਾ। ਔਰ 40% 9000 ਦੇ ਵਿੱਚੋਂ 3600 ਬੰਦੇ ਨੇ। ਇਹ ਅੱਛੀ ਹੋਏਗੀ ਗੱਲ कि जदों ये प्लाज्मा बैंक खुल जाए, जेडे तुसी अमृतसर दे हो या उस इलाके दे या इधरले पासे फरीदकोट इलाके दे, उधर तुसी जाओ और पटियाले वाले इधर आ जाओ, अपना खून दो, क्योंकि घट लोग दा खून वो लैणगे, लेकिन खून की सानू बहुत लोड़ है। तो जिन्ने तुसी दे सकते हो दो। और तुसी ये भी मैनू कहा है और मैं तुहानू वधाई दिना कि मैं प्लाज्मा अपना देना चाहुंदा, मैनू की करना चाहिए। इस वेले तक तो बेटा सिर्फ तुसी दे सकते हो पटियाले। जैसे दूजे जब बैंक खुल जाएंगे अपने फरीदकोट और अमृतसर, फिर उधर लोग जोड़े रहते हैं उत्थे जा सकते हो। लेकिन अगर तुसी जरूर देना चाहते हो तो जरूर जाओ पटियाले और अपने प्लाज्मा बैंक दे विच वो थोड़ा खून लैणगे। एक होर मैनू पुछया फिर कोई नाम नहीं ਉਹਦੇ 'ਚ कि बुढ़ापा पेंशन जिन्होंने मिल रहा सी उन्हों का 70,000 तुसी बंदे उन्होंने नाम तुसी कटा दिते ने पेंशन स्कीम तो। ये प्लीज़ दसो मैनू क्यों किया तुसी? देखो जदों सरकारां हुंदियां ने और वो अपने समाज तो उठ के अपने खुद गर्ज बन जान ना, और उन्होंने बंदियां नूं बना लैन बुढ़ापा पेंशन देने वास्ते जेडे घट उम्र दे ने, 20 साल दे, 30 साल दे, 40 साल दे, जिद्दां 65 साल की उम्र हुंदी है बुढ़ापा, उन्होंने वो 70,000 असी कट्टे ने। लेकिन ये भी दसो ना कि असी पहला हुंदे से 19 लाख बंदियां नूं जिहड़ी पेंशन मिलती सी, हुण असी इहदे विच बंदे जोड़ के 25 लाख कर दिते, 70 खराब कढाते और 6 लाख होर बढ़ाता सी। इन्ना तुसी देख लो कि असी तां 6 लाखां नूं बढ़ाया है, 70,000 घटाए ने जो गलत लै रहे थे, और जो सही बेचारे गरीब बैठे अपने बजुर्ग बैठे से उन्होंने असी जोड़े है। तो तुसी अगर 70 घटाया और 6 जोड़े तो 5,30,000 एक्सट्रा हो गए ने पहले नालों। और घटाए असी वो ਜਿਹੜੇ गलत उम्र ਦੇ से और जिन्होंने नहीं डिजर्विंग से, जिन्होंने नहीं मिलना चाहिए सी उन्होंने कटे सी, बाकी जिन्होंने मिलना चाहिए उन्होंने असी जोड़े। एक मैनू पूछया फिर कि गवर्नमेंट स्कूल्स दे रिजल्ट इन्ने अच्छे आए ने, ये बड़ी एक शलाघायोग गल हुई है। ये की कदम चुके तुसी इहदे वास्ते? देखो बच्चे एक तो होंदी है स्कूल की, एक स्मार्ट स्कूल असी बनाए, स्मार्ट स्कूल दे विच पढ़दे ने। एक रिक्रूटमेंट टीचरां दी कीती है, अच्छे टीचर रिक्रूट हुए ने जिहदे नाल ये सारी गल हुई है। फिर साइंस टीचर्स जिहड़े नहीं से बॉर्डर एरियाज खास करके उन्होंने असी रखे। फिर अटेंडेंस बच्चे नहीं जाते से असी हुण बड़ा सख्ती नाल कहा कि रोज़ बच्चे नूं आउणा पऊगा स्कूल च। और मैथडोलॉजी सिखलाई का तरीका दिन पर दिन तब्दीलियां आउंदियां ने दुनिया च विद्या के खेत्र दे विच। और यही असी भी नवी एंट्रेंस जिस तरीके नाल एजुकेशन हुण वध रहा है वो असी अपने स्कूलों च इंट्रोड्यूस किया है, और उहदे नाल बड़ा फर्क पिया। और खास करके क्रैक डाउन इत्थे नकल मारनी असी बंद करती। बच्चों नूं बड़ी नकल मारन की आदत थी ना, ये होंदी है सदा ही चलती सी उस पुराने ज़माने तो। वो बिल्कुल सख्ती है उहदे ते, कोई नकल नहीं ये। और अनफेयर प्रैक्टिस जिहड़े हुंदे से वो असी बिल्कुल बंद कर दिते, कोई असी होण नहीं दिंदे। और फिर बच्चों की हिम्मत और टीचरां की खास करके जिन्होंने बार बार जाके बच्चों को पढ़ाया। अज भी देखो कोविड चल रहा है,
लेकिन टीचर जाके ऑनलाइन अपने बच्चों को पढ़ा रहे हैं, वो भी एक खतरा का सामना कर रहे हैं, लेकिन डेडिकेशन है टीचर की जी काम कर रहे हैं। तो एक कदम होंगे ने। और साडा महकमा जरा एजुकेशन है, इससे बड़ा साडे मिनिस्टर साहब ईशू सिंगला जी और साडे सैकटरी साहब कृष्ण जी, ये दोनों बड़ा ये हिम्मत करके इस गल नूं इत्थे पहुँचाया। और मैं समझदा रिकॉर्ड है, ये पहली बार है कि गवर्नमेंट प्राइवेट स्कूल नूं छड्ड के लोग गवर्नमेंट स्कूलों दे विच आ रहे हैं, पहला नहीं कदे होया। तो वधाई होए सारिਆਂ ਨੂੰ, महकमे नूं और टीचरां नूं और खास करके बच्चों नूं जिन्ना इन्ना तुसीं हुण इह गल ते पए हो, ताकि थोड़ी एजुकेशन, क्योंकि तुसीं इह तां हाले तां स्कूल चों, स्कूल तो कॉलेज पाउणा है, यूनीवर्सिटी जानी है, फिर नौकरियां दे इम्तिहान आउणगे। जिन्नी थोड़ी ग्राउंडिंग चंगी होएगी थल्ले, उस दे हिसाब नाल ही थोड़ा फ्यूचर बनूगा। फिर एक सवाल है कि एक जो लोकल इलैक्शन क्यों आ जी लोकल बॉडीज इलैक्शन 2 अक्तूबर नूं क्यों रखी गई है करोना क्राइसिस के दरमियान। असी नहीं रखी, देखो यदा समय की गल होंदी है, हर चीज़ का एक सिस्टम होंदा है, एक प्रोसीजर होंदा है, एक संविधानिक गल होंदी है। कॉन्स्टिट्यूशन सानू कहती है कि फलानी तरीक तो पहले इलैक्शन होनी चाहिए ने, और असी अपने तौर पर असी फिर इलैक्शन कमीशन नूं लिखते हैं, स्टेट इलैक्शन कमीशन है, कि वो तरीक मुकर्रर कर सके। मेरे हथ च नहीं, वो इलैक्शन कमीशन के हथ विच है। और इलैक्शन कमीशन को असीं डेट मंग रहे हैं अक्तूबर की, कि दो हफ्ते 2nd वीक ऑफ अक्तूबर तो पहला कोई डेट दसो सानू, अगर हो सकता है तुसीं इलैक्शन करा सकते हो तो करवा दो, क्योंकि एक कॉन्स्टिट्यूशन ये रिक्वायरमेंट हैगी, और जो संविधानिक रिक्वायरमेंट है आप कोई नहीं इत्थे पिठ मोड़ सकते उस गल नूं, ये सानू कराउणी पैणगीआं। ये 2 तरीक पता नहीं तुहानूं किसने दे दी, हाले कोई तरीक नहीं असी नहीं मुकर्रर की, और 2 तरीक तक गांधी जी का जन्म दिन है, शायद वो लिंक करती होनी है, क्योंकि इस इलैक्शन नाल कोई लिंक नहीं। वो लिंक तो होगा उदों जदों सानू इलैक्शन कमीशन आप डेट देगी कि इस इलैक्शन तो इलैक्शन होनी है, फिर असी ऐलान करावांगे इसका। एक मैनू दस्या जी राजवीर सिंह कोई अपने अक्यूट डिप्रैशन दे विच ने, CMC दे विच इम्तिहान होया, इन्हां ने 2 गोल्ड मैडल लिते ने साइकलिंग दे विच, स्पैशल ओलंपिक्स जो अमरीका दे विच 2015 च होया सी, और ਉਹਦੇ ਵਿੱਚ कोई जो गवर्नमेंट ने कोई इन्हां नूं बेनीफिट नहीं दिता जैसे असीं दिंदे हां होर ओलंपिक्स दे विच या एशियन गेम्स या पैरा ओलंपिक्स दे विच। मैनूं पता लग्या कि जिहड़ी ये स्पैशल ओलंपिक्स है, ये वास्ते हाले कोई गवर्नमेंट की पॉलिसी नहीं बनी। मैं अज ही इसनूं भेज रहा स्पोर्ट्स डिपार्टमेंट नूं कि स्पैशल ओलंपिक्स जिहड़ी हुंदी है उन्हां नूं जैसे पैरा ओलंपिक्स है, कोई ना कोई पॉलिसी बनाउण, ताकि असीं इन्हां बच्चों भी इन्हां नूं दे सकीए जो उन्हां दे ड्यू है। एक गुरदासपुर जिले एक शुगर मिल ने अपनी एक 24 मार्च तो लैके 31 मार्च तक जो लॉकडाउन होया अपनी मिल बंद करती, और ਜਿਹੜੇ ਉੱਥੋਂ गन्ना लैके जाते से उन्होंने होर मिलों में जानी पई, और फिर वो असी कहते हैं कि पेनल्टी लग गई 15%, नहीं लगनी चाहिए सी। जिन्होंने किसी होर मिल जाके 24 मार्च तो लैके 31 मार्च तक अपना गन्ना सप्लाई किया है, उन्होंने पेनल्टी नहीं लगेगी। असी महकमे नूं मैं दस दांगा। उदों वो पता नहीं मिल्क ने क्यों बंद कर दी, घबरा गए या क्या कारण सी, लेकिन वो हुण नहीं लगेगी। तुसीं असी उन्होंने ऐलान करांगे दसांगे। एक तुसीं दस्सिआ मैनूं रोज़गार मेला साढ़े जेड़े बड़े चलते से, एक सरकार की बड़ी अच्छी शलाघायोग कदम सी, ते साढ़े नौकरी कई साढ़े बंदियां नूं मिली है। हुण कोविड दे विच की कर सकते हैं असीं, जे मेले होणगे या नहीं। देखो आम तौर पर मेले जैसे असीं रखते थे कि जिथे 20,000 या 30,000 बंदा आ जाता सी, वो तो नहीं हो सकने। लेकिन जी ऑनलाइन
और ਜਿਹੜੇ ਆਪਣੇ 900 ਇਸ ਵੀਡੀਓ ਕਾਨਫਰੰਸਿੰਗ ਰਾਹੀਂ ਇਹ ਅਸੀਂ ਰੱਖਾਂਗੇ ਔਰ ਇਹਨੂੰ ਪੂਰਾ ਐਕਟੀਵੇਟ ਕਰਾਂਗੇ ਕਿ ਜਿਹੜੀ ਸਾਡੀ ਰਿਕਰੂਟਮੈਂਟ ਹੋ ਸਕਦੀ ਹੈ, ਜੋ ਅਸੀਂ ਬੱਚਿਆਂ ਨੂੰ ਨੌਕਰੀ ਦਿਵਾ ਸਕਦੇ ਹਾਂ, ਹੁਣ ਇਹ ਤਰੀਕਾ ਸਾਨੂੰ ਵਰਤਣਾ ਪਊ। ਨਹੀਂ ਤਾਂ ਅਸੀਂ ਕਾਨੂੰਨ ਆਪ ਹੀ ਤੋੜਾਂਗੇ ਅਗਰ ਅਸੀਂ ਬੜੇ ਇੱਥੇ ਮੀਟਿੰਗ ਦਾ ਅਲਾਉ ਕਰਦੇ ਹਾਂ। ਉਹ ਪਤਾ ਨਹੀਂ ਹਾਲਾਤ ਕੀ ਬਦਲਣ, ਅਗਰ ਸੁਧਰ ਜਾਣ ਤਾਂ ਉਹ ਵੀ ਸ਼ੁਰੂ ਹੋ ਸਕਦਾ ਹੈ, ਲੇਕਿਨ ਉਸ ਤੋਂ ਪਹਿਲਾਂ ਤਾਂ ਕਿ ਰਿਕਰੂਟਮੈਂਟ ਚੱਲਦੀ ਰਹੇ ਅਸੀਂ ਆਨਲਾਈਨ ਵਗੈਰਾ ਇਹ ਪ੍ਰੋਗਰਾਮ ਦੱਸਾਂਗੇ ਔਰ ਉਹਦੇ ਵਿੱਚ ਤੁਸੀਂ ਆਪਣਾ ਐਲਾਨ ਆਪਣੇ ਭੇਜ ਸਕਦੇ ਹੋ ਨਾਮ ਤਾਂ ਕਿ ਤੁਹਾਨੂੰ ਵੀ ਉੱਥੇ ਬੁਲਾਇਆ ਜਾਏ। तो ये थोड़े सवाल से और मैनू खुशी है कि तुसी पुछते रहने हो जे ਜਿਹੜੇ पॉजिटिव सवाल ने कई साढ़े गल्लां मन च आ जाते हैं, कई नहीं आउंदियां, गवर्नमेंट के विच इन्ने काम होंदे ने, लेकिन जदों थोड़े तो सवाल आउण लग जाण ਉਹਦਾ मतलब ही है कि थोड़े ਮਨਾਂ 'ਚ कई गल्लां ने ਜਿਹੜੀਆਂ ਤੁਸੀਂ सरकार ਚਾਹੁੰਦੇ हो कि करे या सरकार ਤੁਹਾਨੂੰ ਦੱਸੇ ਗੱਲਾਂ। ਤੇ ਮੈਨੂੰ खुशी है ये प्रोग्राम करदे हर हफ्ते ਤੇ अगले हफ्ते ਆਪਾਂ फिर मिलांगे। और मैं ਹੁਣ आस करदा कि ਤੁਸੀਂ इस कोविड का जरूर ध्यान रखो और जरूर जो असी कहने थोनू वो करो। और इनू आप चलो जिते हुण 400 तो उपर हो गया उन थले जाइए आप और ये सारिया नू रल के करना पो। मैथों लैके जेड़े भी अपने पंजाब दे विच बसते ने बच्चे तक वो सारिया नू इहदे विच शामिल हो के एक लहर आपां नू चलाउणी पऊ जिहदे नाल आपां अपने पंजाब नू और पंजाबियां नू बचा सकीए। तो ध्यान रखो इहदा और मैं आस करदा कि अगले हफ्ते जब गल करांगे एक कोविड वाला मसला काबू दे विच आया हो। बहुत धन्यवाद तुहाडा। वाहिगुरू जी का खालसा, वाहिगुरू जी की फतेह।